ਭਾਜਪਾ ਨੂੰ ਯੂਨੀਫਾਰਮ ਸਿਵਲ ਕੋਡ ਆਪਦੀ ਪੋਲਿਟਿਕਸ ਦੇ ਵਿੱਚ ਕਿਵੇਂ ਫਿੱਟ ਬੈਠ ਹਿੰਦੁਸਤਾਨ ਦਾ ਬੱਚਾ ਬੱਚਾ ਜਾਣ ਲੱਗ ਗਿਆ ਕਿ ਭਾਜਪਾ ਉਹੀ ਗੱਲ ਕਰ ਰਹੀ ਜੋ ਅੰਗਰੇਜ਼ ਕਰ ਰਹੇ ਸੀ, ਪਾੜੋ ਤੇ ਰਾਜ ਕਰੋ। ਸੋ ਆਪਸ ਦੇ ਵਿੱਚ ਸਮੁਦਾਇਆਂ ਨੂੰ ਲੜਾਓ ਔਰ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਤਾਦਾਦ ਹੈ ਹਿੰਦੂਆਂ ਦੀ, ਉਹਨਾਂ ਨੂੰ ਕਦੇ ਕੋਈ ਖਤਰਾ ਨਹੀਂ ਇੱਥੇ ਰਿਹਾ, ਲੇਕਿਨ ਉਹਨਾਂ ਨੂੰ ਡਰਾਓ ਕਿ ਦੇਖੋ ਇਹ ਤੁਹਾਨੂੰ ਖਤਰਾ ਹੈ। ਮੈਂ ਪਹਿਲਾਂ ਤਾਂ ਇਹ ਸਪਸ਼ਟ ਕਰੂੰਗਾ ਕਿ ਯੂਨੀਫਾਰਮ ਸਿਵਲ ਕੋਡ ਇੱਕ ਬਹੁਤ ਵਧੀਆ ਆਈਡੀਆ ਹੈ, ਇਹ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਜਾਂ ਹੋਰ ਘੱਟ ਗਿਣਤੀਆਂ ਦਾ ਇਤਰਾਜ਼ ਇਸ ਗੱਲ ਤੇ ਜ਼ਿਆਦਾ ਆ ਕਿ ਜਿਹੜਾ ਇਹ ਕੇਂਦਰੀਕਰਨ ਦੀ ਰਾਜਨੀਤੀ ਆ, ਇਹ ਹਿੰਦੂ ਰਾਸ਼ਟਰ ਵੱਲ ਨੂੰ ਗੱਲ ਵੱਧਦੀ ਆ। ਕੀ ਭਾਜਪਾ ਯੂਨੀਫਾਰਮ ਸਿਵਲ ਕੋਡ ਲਿਆ ਕੇ ਹਿੰਦੂ ਰਾਸ਼ਟਰ ਵੱਲ ਨੂੰ ਵੱਧ ਰਹੀ ਹੈ? ਭਾਜਪਾ ਦੀ ਇੱਕ ਰਾਜਨੀਤੀ ਦਾ ਇੱਕ ਹੋਰ ਬੜਾ ਵੱਡਾ ਪਹਿਲੂ ਹੈ ਕਿ ਮੁਸਲਮਾਨ ਬਨਾਮ ਹਿੰਦੂ। ਜੇ ਵੂਮਨ ਐਮਪਾਵਰਮੈਂਟ ਹਿੰਦੁਸਤਾਨ 'ਚ ਹੋਈ ਹੈ ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ, ਅਸੀਂ ਵੂਮਨ ਐਮਪਾਵਰਮੈਂਟ ਦੇਖਦੇ ਹਾਂ, ਔਰਤਾਂ ਖੁੱਲ੍ਹ ਕੇ ਬਾਹਰ ਨਿਕਲ ਰਹੀਆਂ, ਬੋਲ ਰਹੀਆਂ, ਆਪਣੇ ਹੱਕਾਂ ਲਈ ਲੜ ਰਹੀਆਂ, ਤਾਂ ਉਸ ਦਾ ਬਹੁਤ ਜ਼ਿਆਦਾ ਸਿਹਰਾ ਜਿਹੜਾ ਹੈ ਉਹ ਹਿੰਦੂ ਮੈਰਿਜ ਐਕਟ ਨੂੰ ਜਾਂਦਾ, ਕਿਉਂਕਿ ਉਸਨੇ ਔਰਤਾਂ ਨੂੰ ਅਧਿਕਾਰ ਦਿੱਤੇ ਔਰ ਉਹਨਾਂ ਅਧਿਕਾਰਾਂ ਦਾ ਇਸਤੇਮਾਲ ਕਰਕੇ ਔਰਤਾਂ ਜਿਹੜੀਆਂ ਹੈ ਇਸ ਲੈਵਲ ਤੱਕ ਜਿਹੜੀਆਂ ਹੈਗੀਆਂ ਪਹੁੰਚੀਆਂ। ਟ੍ਰਿਪਲ ਤਲਾਕ ਬਿੱਲ ਦਾ ਕਿੰਨਾ ਕੁ ਫਾਇਦਾ ਹੋਇਆ, ਉਹਦੀਆਂ ਕੀ ਫਾਲੋਆਊਟਸ ਹੋਈਆਂ, ਉਹਦੀ ਅੱਜ ਕੱਲ੍ਹ ਕੋਈ ਗੱਲ ਹੀ ਨਹੀਂ ਕਰਦਾ, ਜਾਂ ਹੋਰ ਸਾਰੇ ਜੋ ਮਸਲੇ ਹੋਏ, ਉੱਥੋਂ ਸਾਫ਼ ਜ਼ਾਹਿਰ ਹੈ ਕਿ ਉਹਨਾਂ ਦੀ ਕੀ ਮਨਸ਼ਾ ਹੈਗੀ ਹੈ। ਔਰ ਉਹੀ ਮਨਸ਼ਾ ਇਸ ਵੇਲੇ ਜਦੋਂ ਕਿ ਹੁਣ ਇਲੈਕਸ਼ਨ ਨੂੰ, ਲੋਕ ਸਭਾ ਦੀ ਜਨਰਲ ਇਲੈਕਸ਼ਨ ਨੂੰ 1 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ, ਇਸ ਵੇਲੇ ਉਸ ਕੋਡ ਦੀ ਗੱਲ ਕਰਨਾ, ਇਹ 4 ਸਾਲ ਪਹਿਲਾਂ ਕਿਉਂ ਨਹੀਂ ਕਰਤਾ ਗਿਆ? ਸਾਡੀ ਸੱਤਾਧਾਰੀ ਪਾਰਟੀ ਜਿਹੜੀ ਹੈ ਇਸ ਵੇਲੇ ਬੀਜੇਪੀ ਔਰ ਉਹਨਾਂ ਦੇ ਪਿੱਛੇ ਜਿਹੜੀ ਦਿਮਾਗ ਕੰਮ ਕਰਦਾ RSS, ਉਹਨਾਂ ਦਾ ਇੱਕ ਤਰੀਕਾ ਹੈ ਕਿ ਤੁਸੀਂ ਉਹਨਾਂ ਦੀ ਮਨਸ਼ਾ ਸ਼ਾਇਦ ਇਹ ਨਹੀਂ ਹੈਗੀ ਕਿ ਸਮਾਜ 'ਚ ਚੰਗੀ ਤਬਦੀਲੀ ਆਵੇ। ਬੇਸਿਕ ਉਹਨਾਂ ਦੀ ਦੌੜ ਹੈ ਸੱਤਾ 'ਤੇ ਕਾਬਜ਼ ਰਹਿਣਾ ਔਰ ਉਹਨਾਂ ਦੀ ਡਿਵਿਸਿਵ ਪੋਲੀਟਿਕਸ ਹੈ। ਉਹ ਇਸ ਕਰਕੇ ਇਸ ਤਰ੍ਹਾਂ ਦੇ ਮੁੱਦੇ ਚੁੱਕਦੇ ਹੈ ਇਲੈਕਸ਼ਨ ਦੇ ਨੇੜੇ ਆ ਕੇ, ਖਾਸ ਤੌਰ 'ਤੇ ਜਿਨ੍ਹਾਂ ਨਾਲ ਸਮਾਜ ਦੇ ਵਿੱਚ ਜਿਹੜਾ ਹੈ ਉਹ ਆਪਸ ਦੇ ਵਿੱਚ ਬਦਮਗਜ਼ੀ ਪੈਦਾ ਹੋਵੇ, ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਪੋਲਰਾਈਜੇਸ਼ਨ ਹੋਵੇ, ਔਰ ਪੋਲਰਾਈਜੇਸ਼ਨ ਦਾ ਉਹਨਾਂ ਦੀ ਸਾਰੀ ਪੋਲੀਟਿਕਸ ਹੀ ਪੋਲਰਾਈਜੇਸ਼ਨ ਹੈ। ਇਸ ਕਰਕੇ ਉਹਨਾਂ ਦਾ ਜਿਹੜਾ ਮੇਨ ਆਬਜੈਕਟਿਵ ਆ ਉਹ ਇਹ ਹੈ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਭਾਰਤੀ ਜਨਤਾ ਪਾਰਟੀ ਜੋ ਤੋਂ ਸੱਤਾ ਦੇ ਵਿੱਚ ਆਈ ਆ, ਤਾਂ ਉਹਨੇ ਬਹੁਤ ਸਾਰੇ ਅਜਿਹੇ ਫੈਸਲੇ ਲਾਗੂ ਕੀਤੇ ਆ ਜਿਹਦੇ ਉੱਪਰ ਕਿ ਡਿਬੇਟ ਬਹੁਤ ਛਿੜਦੀ ਆ। ਦੇਸ਼ ਦੇ ਵੱਡੇ ਹਿੱਸੇ ਦੇ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਭਾਜਪਾ ਕਿਉਂਕਿ ਹੁਣ ਬਹੁਤ ਵੱਡੇ ਰੂਪ ਵਿੱਚ ਸੱਤਾ ਵਿੱਚ ਆਈ ਆ, ਤਾਂ ਉਹ ਆਪਣੀ ਮਨਮਰਜ਼ੀਆਂ ਵੀ ਕਰ ਰਹੀ ਆ। ਦੂਜੇ ਪਾਸੇ ਭਾਜਪਾ ਦਾ ਇਹ ਤਰਕ ਹੁੰਦਾ ਕਿ ਉਹ ਲੋਕਾਂ ਦੀ ਗੱਲ ਹੀ ਕਰ ਲਈ ਆ, ਜਿਹੜੀ ਗੱਲ ਲੋਕ ਚਾਹੁੰਦੇ ਨੇ ਉਹ ਉਹੀ ਕਾਨੂੰਨ ਬਣਾ ਰਹੇ ਨੇ, ਉਹੀ ਫੈਸਲੇ ਲਾਗੂ ਕਰ ਰਹੇ ਨੇ। ਇਸੇ ਕਰਕੇ ਉਹਨਾਂ ਨੂੰ ਦੂਜੀ ਵਾਰ ਲੋਕਾਂ ਨੇ ਚੁਣਿਆ ਐਡੇ ਵੱਡੇ ਮੈਂਡੇਟ ਦੇ ਨਾਲ। ਤਾਂ ਹੁਣ ਜਿਹੜੇ ਕਾਨੂੰਨ ਦੀ ਗੱਲ ਭਾਰਤੀ ਜਨਤਾ ਪਾਰਟੀ ਕਰ ਰਹੀ ਆ, ਯੂਨੀਫਾਰਮ ਸਿਵਲ ਕੋਡ ਦੀ, ਉਹਦੇ ਕਰਕੇ ਡਿਬੇਟ ਪੂਰੇ ਦੇਸ਼ ਦੇ ਵਿੱਚ ਛਿੜ ਚੁੱਕੀ ਆ। ਵੱਖ-ਵੱਖ ਪਾਰਟੀਆਂ ਦੇ, ਰਾਜਨੀਤਿਕ ਪਾਰਟੀਆਂ ਦੇ, ਵੱਖ-ਵੱਖ ਸੰਗਠਨਾਂ ਦੇ ਬਿਆਨ ਆ ਰਹੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਿਆਨ ਆਇਆ। ਤਾਂ ਆਪਾਂ ਯੂਨੀਫਾਰਮ ਸਿਵਲ ਕੋਡ ਦੇ ਮਸਲੇ 'ਤੇ ਗੱਲਬਾਤ ਕਰਾਂਗੇ। ਇਹ ਹੈ ਕਿ ਜੇਕਰ ਇਹਨੂੰ ਲਾਗੂ ਕੀਤਾ ਜਾਂਦਾ ਤਾਂ ਜਿਹੜਾ ਭਾਰਤੀ ਸਮਾਜ ਆ, ਭਾਰਤੀ ਨਿਆਂ ਪ੍ਰਣਾਲੀ ਆ, ਉਹ ਸਾਰੇ ਕਾਸੇ 'ਤੇ ਕੀ ਅਸਰ ਪਊਗਾ। ਸਾਡੇ ਨਾਲ ਪ੍ਰੋਫੈਸਰ PS ਭੁੱਗਲ ਜੀ ਨੇ, ਸਿਆਸੀ ਮਾਮਲਿਆਂ ਦੇ ਮਾਹਰ ਨੇ। ਸਰ ਸਵਾਗਤ ਹੈ ਜੀ, ਬਹੁਤ-ਬਹੁਤ। ਥੈਂਕ ਯੂ ਸਾਹਿਲ ਜੀ, ਆਪਾਂ ਪਹਿਲਾਂ ਤਾਂ ਇਹੀ ਗੱਲ ਕਰ ਲੈਂਦੇ ਹਾਂ ਜੀ ਕਿ ਯੂਨੀਫਾਰਮ ਸਿਵਲ ਕੋਡ ਹੈ ਕੀ। ਬੀਜੇਪੀ ਬਹੁਤ ਲੰਬੇ ਸਮੇਂ ਤੋਂ ਇਸ ਏਜੰਡੇ 'ਤੇ ਕੰਮ ਕਰ ਰਿਹਾ ਕਿ ਅਸੀਂ UCC ਲੈ ਕੇ ਆਵਾਂਗੇ। ਯੂਨੀਫਾਰਮ ਸਿਵਲ ਕੋਡ ਹੈ ਕੀ? ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਸਮਾਨ ਕਾਨੂੰਨ, ਨਾਗਰਿਕ ਕਾਨੂੰਨ ਸਾਰਿਆਂ ਵਾਸਤੇ। ਕਾਨੂੰਨ ਦਾ ਉਹ ਪਾਰਟ ਜਿਹੜਾ ਸਾਡੀ ਜ਼ਾਤੀ ਜ਼ਿੰਦਗੀਆਂ ਨਾਲ ਸੰਬੰਧਿਤ ਹੈ, ਮੈਰਿਜ ਹੋ ਗਿਆ, ਫੈਮਿਲੀ ਹੋ ਗਿਆ, ਡਾਈਵੋਰਸ ਹੋ ਗਿਆ, ਜਾਂ ਪ੍ਰੋਪਰਟੀ ਨਾਲ ਰਿਲੇਟਡ ਜਿਹੜੇ ਕਾਨੂੰਨ ਹੈ, ਉਹ ਫਿਲ ਵਕਤ ਸਾਡੇ ਦੇਸ਼ ਦੇ ਵਿੱਚ ਡਿਫਰੈਂਟ ਟਰਾਈਬਸ ਦੇ ਔਰ ਡਿਫਰੈਂਟ ਜਿਹੜੇ ਸਮੁਦਾਇ ਉਹਨਾਂ ਦੇ ਅਲੱਗ-ਅਲੱਗ ਨੇ। ਲੇਕਿਨ ਬਹੁਤ ਪਹਿਲਾਂ ਤੋਂ ਜਦੋਂ ਸੰਵਿਧਾਨ ਦਾ ਨਿਰਮਾਣ ਹੋ ਰਿਹਾ ਸੀ, ਸਾਡੇ ਮਹਾਨ ਨੇਤਾ ਪੰਡਿਤ ਜਵਾਹਰ ਲਾਲ ਨਹਿਰੂ ਔਰ ਉਹਨਾਂ ਦੇ ਸਾਥੀ, ਉਹਨਾਂ ਨੇ ਭਾਂਪ ਲਿਆ ਸੀ ਕਿ ਦੇਸ਼ ਨੂੰ ਜਦੋਂ ਆਧੁਨਿਕ ਸਤ੍ਹਾ ਦੇ ਉੱਤੇ ਅਸੀਂ ਲਿਜਾਵਾਂਗੇ, ਇੱਕ ਮਾਡਰਨ ਸੈਕੂਲਰ ਸੁਸਾਇਟੀ ਬਣੂਗੀ, ਤਾਂ ਉਹਦੀ ਇੱਕ ਰਿਕੁਆਇਰਮੈਂਟ ਇਹ ਵੀ ਹੋਊਗੀ ਕਿ ਸਾਰਿਆਂ ਲਈ ਇੱਕ ਸਮਾਨ ਨਾਗਰਿਕ ਕਾਨੂੰਨ ਹੋਵੇ। ਚਾਹੇ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਇੱਕ ਮਲਟੀ ਕਲਚਰਲ ਸੁਸਾਇਟੀ ਹੈ। ਮੁਸਲਿਮਸ ਨੇ, ਹਿੰਦੂਜ਼ ਨੇ, ਕ੍ਰਿਸਚੀਅਨਸ ਨੇ, ਸਿੱਖ ਨੇ, ਇਸ ਤੋਂ ਇਲਾਵਾ ਬਹੁਤ ਸਾਰੇ ਟਰਾਈਬਸ ਨੇ ਜਿਨ੍ਹਾਂ ਦੇ ਆਪਣੇ ਆਪਣੇ ਜਿਹੜੇ ਹੈਗੇ ਲੋਕਲ ਲਾਜ਼ ਹੈਗੇ ਨੇ। ਅਤੇ ਲੇਕਿਨ ਉਸ ਵੇਲੇ ਸੁਸਾਇਟੀ ਕਿਉਂਕਿ ਬਹੁਤ ਜ਼ਿਆਦਾ ਬੈਕਵਰਡ ਸੀ, ਔਰ ਇਹੋ ਜਿਹੇ ਕਾਨੂੰਨ ਜਦੋਂ ਪਾਸ ਕਰਨੇ ਹੁੰਦੇ ਕਿਸੇ ਸਮਾਜ ਦੇ ਵਿੱਚ, ਤਾਂ ਉਹਦੇ 'ਤੇ ਪੂਰੀ ਵਿਚਾਰ ਚਰਚਾ ਕਰਕੇ ਸਾਰਿਆਂ ਨੂੰ ਨਾਲ ਜੋੜ ਕੇ, ਸਮਝਾ ਕੇ, ਸਹਿਮਤ ਕਰਕੇ ਇਹੋ ਜਿਹੇ ਕਾਨੂੰਨ ਜਦੋਂ ਬਣਦੇ ਆ ਤਾਂ ਬਹੁਤ ਹੀ ਜ਼ਿਆਦਾ ਉਹ ਫਾਇਦੇਮੰਦ ਸਾਬਿਤ ਹੋਏ।
ਲੇਕਿਨ ਉਸ ਵੇਲੇ ਹਾਲਾਤ ਨਹੀਂ ਸੀ ਅਤੇ ਉਸ ਵੇਲੇ ਫਿਰ ਸਾਡੀ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀ, ਨੈਸ਼ਨਲ ਲੀਡਰਸ਼ਿਪ, ਉਹਨਾਂ ਨੇ ਇਸ ਗੱਲ ਨੂੰ ਸੰਵਿਧਾਨ ਦੇ ਚੈਪਟਰ 4 ਦੇ ਵਿੱਚ ਲਿਖ ਦਿੱਤਾ, ਧਾਰਾ 44 ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਦੋਂ ਸਾਜ਼ਗਾਰ ਹਾਲਾਤ ਹੋਣਗੇ ਤਾਂ ਸਮੇਂ ਦੀ ਸਰਕਾਰ ਇੱਕ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਦੇਸ਼ ਦੇ ਵਿੱਚ ਬਣਾਏਗੀ, ਸਾਰੇ ਨਾਗਰਿਕਾਂ ਵਾਸਤੇ ਸਮਾਨ ਸਿਵਲ ਕੋਡ। ਸੋ ਇਹ ਸਾਡੀ ਜਿਹੜੀ ਹੈ ਸੰਵਿਧਾਨਿਕ ਇੱਕ ਰਿਕੁਆਇਰਮੈਂਟ ਵੀ ਹੈ। ਬਹੁਤ ਸਾਲ ਤੱਕ ਇਸ ਬਾਰੇ ਕੁਝ ਨਹੀਂ ਹੋ ਸਕਿਆ। ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਕਮਿਊਨਲ ਸਿਚੁਏਸ਼ਨ ਜਿਹੜੀ ਹੈ ਉਹ ਬਾਰ-ਬਾਰ ਪੋਲੀਟੀਸਾਈਜ਼ ਹੁੰਦੀ ਰਹੀ, ਦੰਗੇ ਫਸਾਦ ਵੀ ਹੋਏ, ਕਈ ਕੁਝ ਹੁੰਦਾ ਰਿਹਾ। ਹੁਣ ਜਿੱਥੋਂ ਤੱਕ ਸਵਾਲ ਹੈ ਕਿ ਬੀਜੇਪੀ ਇਸ ਨੂੰ ਲਾਗੂ ਕਰਨ ਦੀ ਗੱਲ ਕਰ ਰਹੀ ਹੈ, ਉਹਨਾਂ ਨੇ ਜਿਹੜਾ ਹੈ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਨੇ ਉਸ ਬਿੱਲ ਨੂੰ ਨੋਟੀਫਾਈ ਕੀਤਾ ਪਬਲਿਕ ਡਿਬੇਟ ਵਾਸਤੇ, 1 ਮਹੀਨੇ ਵਿੱਚ ਰਿਐਕਸ਼ਨਸ ਮੰਗੇ ਹੈ। ਤੁਸੀਂ ਆਪਣੇ ਸ਼ੁਰੂ ਦੇ ਸ਼ਬਦਾਂ 'ਚ ਕਿਹਾ ਸੀ ਕਿ ਡਿਬੇਟ ਸ਼ੁਰੂ ਛਿੜ ਰਹੀ ਹੈ। ਹੁਣ ਕਿਸੇ ਵੀ ਸਮਾਜ ਦੇ ਵਿੱਚ ਡਿਬੇਟ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਲੇਕਿਨ ਡਿਬੇਟ ਕਿਸ ਮਕਸਦ ਦੀ ਕਰਾਈ ਜਾ ਰਹੀ ਉਹ ਬੜਾ ਇੰਪੋਰਟੈਂਟ ਹੁੰਦਾ ਹੈ। ਜੇ ਤਾਂ ਡਿਬੇਟ ਇਸ ਮਕਸਦ ਲਈ ਕਰਾਈ ਜਾ ਰਹੀ ਹੈ ਕਿ ਲੋਕਾਂ ਦੇ ਵਿੱਚ ਇੱਕ ਕੰਸੈਂਸਸ ਕ੍ਰੀਏਟ ਕਰਕੇ ਫਿਰ ਆਪਾਂ ਕੁਝ ਕਰਨਾ, ਫਿਰ ਤਾਂ ਉਹ ਬਹੁਤ ਵਧੀਆ ਹੈ। ਅਤੇ ਜੇ ਡਿਬੇਟ ਇਸ ਕਰਕੇ ਕਰਾਈ ਜਾ ਰਹੀ ਹੈ ਕਿ ਲੋਕਾਂ ਦੇ ਜਿਹੜੇ ਟੈਂਪਰਸ ਆ ਉਹ ਵਧਣਗੇ, ਮੀਡੀਆ ਦੇ ਉੱਤੇ ਜਿਹੜਾ ਆਲਰੇਡੀ ਸਰਕਾਰ ਦੇ ਕੰਟਰੋਲ 'ਚ ਹੈ ਉਸ 'ਤੇ ਹਾਈਪਰ ਹੋ ਕੇ ਜਿਹੜਾ ਹੈ ਕੁਝ ਲੋਕ ਗੱਲਾਂ ਕਰਨਗੇ ਔਰ ਦੇਸ਼ ਦੇ ਵਿੱਚ ਜਿਹੜੀ ਕਮਿਊਨਲ ਸਿਚੁਏਸ਼ਨ ਹੈ ਉਹ ਫਿਰ ਤੋਂ ਜਿਹੜੀ ਹੈ ਉਹ ਖਰਾਬ ਹੋਏਗੀ, ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਹਾਂ, ਉਹਦਾ ਫਾਇਦਾ ਉਹਨਾਂ ਲੋਕਾਂ ਨੂੰ ਜ਼ਰੂਰ ਹੈ ਜਿਹੜੇ ਸਾਡੇ ਸਮਾਜ ਦੇ ਵਿੱਚ ਵੰਡੀਆਂ ਪਾ ਕੇ ਚੋਣਾਂ ਜਿੱਤਣ ਤੱਕ ਦੀ ਜਿਹਨਾਂ ਦੀ ਦੌੜ ਰਹਿੰਦੀ ਹੈ। ਅਸੀਂ ਦੇਖ ਰਹੇ ਹਾਂ ਪਿਛਲੇ ਸਾਲਾਂ ਦੇ ਵਿੱਚ ਵੀ ਇਹੋ ਜਿਹੀ ਪੋਲੀਟਿਕਸ ਖੇਲੀ ਗਈ, ਸਾਡੇ ਦੇਸ਼ ਦੇ ਈਵਨ ਆਰਮਡ ਫੋਰਸਿਸ ਨੂੰ ਯੂਜ਼ ਕੀਤਾ ਗਿਆ। ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਨੇ ਜਿਹੜੇ ਹੁਣ ਇੰਕਸ਼ਾਫਾਤ ਕੀਤੇ ਨੇ ਬੜੇ ਹੀ ਆਪਣੇ ਆਪ ਦੇ ਵਿੱਚ ਖਤਰਨਾਕ ਨੇ ਉਹ, ਔਰ ਉਹ ਦੱਸਦੇ ਹੈ ਕਿ ਮੌਜੂਦਾ ਜਿਹੜੀ ਸੱਤਾਧਾਰੀ ਸਾਡੀ ਪਾਰਟੀ ਹੈ ਉਹ ਸੱਤਾ ਦੇ ਵਿੱਚ ਰਹਿਣ ਲਈ ਕਿਸ ਤਰੀਕੇ ਨਾਲ ਦੇਸ਼ ਦੀ ਜਿਹੜੀ ਹੈ ਇੰਟੈਗ੍ਰਿਟੀ ਔਰ ਸਾਡੀਆਂ ਆਰਮਡ ਫੋਰਸਿਸ ਔਰ ਈਵਨ ਸਿਕਿਉਰਿਟੀ ਇਸ਼ੂਜ਼ ਨਾਲ ਖੇਲ ਸਕਦੀ ਹੈ। ਆਪਾਂ ਬੀਜੇਪੀ ਨੂੰ ਕਿਵੇਂ ਯੂਜ਼ ਕਰ ਰਹੀ ਹੈ ਜੀ, ਉਹ 'ਤੇ ਵੀ ਜ਼ਰੂਰ ਗੱਲਬਾਤ ਕਰਾਂਗੇ। ਆਪਾਂ ਜਿਵੇਂ ਗੱਲਬਾਤ ਕੀਤੀ ਕਿ UCC ਹੈ ਕੀ, ਇੱਕ ਕਾਨੂੰਨ ਆ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਜੋ ਵਿਆਹ ਹੁੰਦੇ ਆ, ਤਲਾਕ ਹੁੰਦੇ ਆ ਜਾਂ ਅਡੋਪਸ਼ਨ ਅਤੇ ਜਾਂ ਜਿਹੜੀ ਵਸੀਅਤ ਉਹਦੇ ਨਾਲ ਸੰਬੰਧਿਤ ਆ, ਜਿਵੇਂ ਕਿ ਗੈਰ ਬਰਾਬਰਤਾ ਜੀ ਆਪਣੇ ਸਮਾਜ ਦੇ ਵਿੱਚ, ਤਾਂ ਕੀ ਇੱਕ ਗੈਰ ਬਰਾਬਰ ਸਮਾਜ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਅੱਜ ਦੇ ਸਮੇਂ ਲਾਗੂ ਕੀਤਾ ਜਾ ਸਕਦਾ? ਲਾਗੂ ਕਰਨ ਦੇ ਲਈ ਜਿਹੜਾ ਹੈ ਗਰਾਊਂਡ ਵਰਕ ਹੋਣਾ ਬਹੁਤ ਜ਼ਰੂਰੀ ਹੈ ਔਰ ਕੰਸੈਂਸਸ ਬਣਾਉਣਾ, ਸਮਝਾ ਕੇ ਉਸ ਤਰ੍ਹਾਂ ਦੀ ਲੋਕ ਰਾਏ ਤਿਆਰ ਕਰਨੀ ਔਰ ਕੁਝ ਇਨੀਸ਼ੀਏਟਿਵ ਲੈਣਾ। ਮੈਂ ਇੱਥੇ ਦਰਸ਼ਕਾਂ ਨੂੰ ਲਿਜਾਵਾਂਗਾ 1955 'ਚ ਜਦੋਂ ਹਿੰਦੂ ਮੈਰਿਜ ਐਕਟ ਪਾਸ ਕੀਤਾ ਗਿਆ। ਬਹੁਤ ਸਾਰੇ ਦਰਸ਼ਕਾਂ ਨੂੰ ਸਾਡਿਆਂ ਨੂੰ ਨਹੀਂ ਪਤਾ ਹੋਏਗਾ ਕਿ ਹਿੰਦੂ ਮੈਰਿਜ ਐਕਟ ਪਾਸ ਹੋਣ ਵੇਲੇ ਉਸ ਦੀ ਬਹੁਤ ਸ਼ਿੱਦਤ ਨਾਲ ਵਿਰੋਧ ਕੀਤਾ ਗਿਆ ਹਿੰਦੂਆਂ ਵੱਲੋਂ ਹੀ, ਜਿਹੜੇ ਉਸ ਵੇਲੇ ਦੇ ਕਾਂਗਰਸ ਦੇ ਵਿੱਚ ਵੀ ਜਿਹੜੇ ਖਾਸ ਤੌਰ 'ਤੇ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਵੀ ਇਸ ਦੇ ਵਿਰੋਧ ਵਿੱਚ ਸੀ। ਬਹੁਤ ਸਾਰੇ ਕਾਂਗਰਸ ਦੇ ਸਰਕਰਦਾ ਲੀਡਰ ਜਿਹੜੇ ਹੈ ਇਸ ਦੇ ਵਿਰੋਧ ਵਿੱਚ ਸੀਗੇ। ਉਹ ਨਹੀਂ ਸੀ ਚਾਹੁੰਦੇ ਕਿ ਜਿਹੜੇ ਔਰਤਾਂ ਨੂੰ ਹੱਕ ਮਿਲ ਰਹੇ ਆ ਉਹ ਖਾਸ ਤੌਰ 'ਤੇ ਉਹਨਾਂ ਨੂੰ ਜਾਇਦਾਦ ਦਾ ਹੱਕ ਉਸ ਦੇ ਅਗੇਂਸਟ ਸੀਗੇ। ਅੰਬੇਦਕਰ ਸਾਹਿਬ ਨੇ ਪਹਿਲਾਂ ਟਰਾਈ ਕੀਤੀ, ਉਹਨਾਂ ਦਾ ਵਿਰੋਧ ਹੋਇਆ, ਉਹਨਾਂ ਨੇ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕਰਤਾ। ਫਿਰ ਦੁਬਾਰਾ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਦੇ ਵਿੱਚ ਹਿੰਦੂ ਮੈਰਿਜ ਐਕਟ ਜਿਹੜਾ ਹੈ 1955 'ਚ ਫਾਈਨਲੀ ਇੰਟਰੋਡਿਊਸ ਹੋਇਆ, ਪਾਸ ਹੋਇਆ, ਕਾਨੂੰਨ ਹੋਇਆ। ਤੋ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਵੀ ਕੋਈ ਪ੍ਰੋਗਰੈਸਿਵ ਸਟੈਪ ਲੈਣਾ ਹੁੰਦਾ ਤਾਂ ਉਸ ਦਾ ਵਿਰੋਧ ਹੁੰਦਾ। ਖਾਸ ਤੌਰ 'ਤੇ ਮੈਂ ਦੇਖਦਾ ਕਿ ਇਹੋ ਜਿਹੇ ਤਬਕੇ ਹਰ ਇੱਕ ਕਮਿਊਨਿਟੀ 'ਚ ਹੁੰਦੇ ਤਾਂ ਉਹ ਥੋੜ੍ਹੇ ਜਿਹੇ, ਲੇਕਿਨ ਉਹ ਰੌਲਾ ਬਹੁਤ ਪਾਉਂਦੇ ਆ। ਤਾਂ ਐਂ ਲੱਗਦਾ ਹੁੰਦਾ ਕਿ ਉਹ ਸਾਰੀ ਜਿਹੜੀ ਕਮਿਊਨਿਟੀ ਆ ਉਹਨੂੰ ਉਹ ਰਿਪਰੈਜ਼ੈਂਟ ਕਰਦੇ ਆ। ਇਹੋ ਜਿਹੇ ਤੁਹਾਨੂੰ ਸਿੱਖਾਂ 'ਚ ਮਿਲ ਜਾਣਗੇ, ਮੁਸਲਮਾਨਾਂ 'ਚ ਮਿਲ ਜਾਣਗੇ, ਹਿੰਦੂਆਂ 'ਚ ਮਿਲ ਜਾਣਗੇ, ਦੂਸਰੇ ਥਾਂ ਵੀ ਮਿਲ ਜਾਣਗੇ। ਸੋ ਉਸ ਨੂੰ ਕਿਸ ਤਰ੍ਹਾਂ ਤੁਸੀਂ ਨਿਪਟਣਾ ਔਰ ਕਿਸ ਤਰ੍ਹਾਂ ਇੱਕ ਆਮ ਲੋਕ ਰਾਏ ਕਰਕੇ ਬਹੁਤ ਲੋਕਾਂ ਨੂੰ ਨਾਲ ਲੈ ਕੇ ਇਸ ਨੂੰ ਤੋਰਨਾ, ਉਹਦੇ ਲਈ ਬੜੀ ਇੱਕ ਮੈਚਿਓਰ ਪੋਲੀਟੀਕਲ ਲੀਡਰਸ਼ਿਪ ਚਾਹੀਦੀ ਹੁੰਦੀ, ਬੜੀ ਸਿਆਣਪ ਚਾਹੀਦੀ ਹੁੰਦੀ। ਉਹਦੇ 'ਚ ਜਲਦਬਾਜ਼ੀ ਦਾ ਕੋਈ ਕੰਮ ਨਹੀਂ ਹੈ। ਓਪੀਨੀਅਨ ਨੂੰ ਜਿਹੜਾ ਹੈ ਗਾਈਡ ਕਰਕੇ ਉਸ ਪਾਸੇ ਲਿਜਾ ਕੇ ਜੋ ਕੀਤਾ ਜਾਵੇ ਤਾਂ ਬਹੁਤ ਹੀ ਕਾਰਾਮਦ ਸਾਬਤ ਹੁੰਦਾ। ਅਸੀਂ ਦੇਖ ਸਕਦੇ ਹਾਂ ਕਿ ਹਿੰਦੂ ਮੈਰਿਜ ਐਕਟ 'ਚ ਪਾਸ ਹੋਇਆ 1955 ਤਾਂ ਉਸ ਦਾ ਖਾਸ ਤੌਰ 'ਤੇ ਹਿੰਦੂ ਸਮਾਜ ਨੂੰ ਜੇ ਅਸੀਂ ਲੈ ਲਈਏ ਜਾਂ ਨੌਨ ਮੁਸਲਿਮ ਨੂੰ ਜੇ ਅਸੀਂ ਲੈ ਲਈਏ, ਕਿਉਂਕਿ ਉਹਦੇ 'ਚ ਸਿੱਖਾਂ ਨੂੰ ਵੀ ਇਨਕਲੂਡ ਕਰ ਲਿਆ ਜਾਂਦਾ, ਦੂਸਰੀਆਂ ਕੁਝ ਮਾਈਨੋਰਿਟੀਜ਼ ਨੂੰ, ਉਹਨਾਂ ਨੂੰ ਕਿੰਨਾ ਜ਼ਿਆਦਾ ਫਾਇਦਾ, ਖਾਸ ਤੌਰ 'ਤੇ ਔਰਤਾਂ ਨੂੰ। ਜੇ ਵੂਮੈਨ ਐਮਪਾਵਰਮੈਂਟ ਹਿੰਦੁਸਤਾਨ 'ਚ ਹੋਈ ਹੈ ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ, ਅਸੀਂ ਵੂਮੈਨ ਐਮਪਾਵਰਮੈਂਟ ਦੇਖਦੇ ਹਾਂ, ਔਰਤਾਂ ਖੁੱਲ੍ਹ ਕੇ ਬਾਹਰ ਨਿਕਲ ਰਹੀਆਂ, ਬੋਲ ਰਹੀਆਂ, ਆਪਣੇ ਹੱਕਾਂ ਲਈ ਲੜ ਰਹੀਆਂ, ਤਾਂ ਉਸ ਦਾ ਬਹੁਤ ਜ਼ਿਆਦਾ ਸਿਹਰਾ ਜਿਹੜਾ ਹੈ ਉਹ ਹਿੰਦੂ ਮੈਰਿਜ ਐਕਟ ਨੂੰ ਜਾਂਦਾ, ਕਿਉਂਕਿ ਉਸਨੇ ਔਰਤਾਂ ਨੂੰ ਅਧਿਕਾਰ ਦਿੱਤੇ ਔਰ ਉਹਨਾਂ ਅਧਿਕਾਰਾਂ ਦਾ ਇਸਤੇਮਾਲ ਕਰਕੇ ਔਰਤਾਂ ਜਿਹੜੀਆਂ ਹੈ ਇਸ ਲੈਵਲ ਤੱਕ ਜਿਹੜੀਆਂ ਹੈਗੀਆਂ ਪਹੁੰਚੀਆਂ। ਸੋ ਉਹਦਾ ਫਾਇਦਾ ਹੁੰਦਾ, ਲੇਕਿਨ ਉਸ ਤਬਦੀਲੀ ਨੂੰ ਲਿਆਉਣਾ
ਜਿਹੜਾ ਹੈ ਉਹ ਇੱਕ ਮੁਸ਼ਕਿਲ ਕੰਮ ਹੈ, ਜਿਹੜਾ ਇੱਕ ਮੈਚਿਓਰ ਔਰ ਬਹੁਤ ਹੀ ਲੋਕਤੰਤਰੀ ਢੰਗ ਨਾਲ ਕੀਤਾ ਗਿਆ ਜਾਵੇ ਤਾਂ ਬੜਾ ਫਾਇਦੇਮੰਦ ਸਾਬਤ ਹੁੰਦਾ ਹੈ। ਕੀ ਲੱਗਦਾ ਉਹ ਢੰਗ ਅਪਣਾਇਆ ਜਾ ਰਿਹਾ, ਆਮ ਲੋਕ ਰਾਏ ਬਣਾਇਆ ਜਾ ਰਹੀ ਆ ਕਿ ਜਿਸ ਤਰੀਕੇ ਦੇ ਨਾਲ ਲਾਅ ਕਮਿਸ਼ਨ ਤੋਂ ਉਹ 30 ਦਿਨਾਂ ਵਿੱਚ ਰਿਪੋਰਟ ਮੰਗੀ ਆ, ਉਹ ਸਾਰੀ ਜਿਹੜੀ ਹੁਣ ਪ੍ਰੋਸੀਜਰ ਸ਼ੁਰੂ ਹੋ ਗਿਆ, ਕੀ ਆਮ ਲੋਕ ਰਾਏ ਯੂਨੀਫਾਰਮ ਸਿਵਲ ਕੋਡ ਦੇ ਹੱਕ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੈਨੂੰ ਨਹੀਂ ਲੱਗਦਾ, ਕਿਉਂਕਿ ਇਹ 30 ਦਿਨਾਂ ਦਾ ਮਸਲਾ ਨਹੀਂ ਹੈ। ਇਸ ਦੇ ਲਈ ਇੱਕ ਬੜੀ ਲੰਬੀ ਚੌੜੀ ਡਿਬੇਟ, ਸ਼ਾਇਦ ਇਹ ਸਾਲ ਭਰ ਲੱਗੇ, ਕੁਛ ਲੱਗੇ, ਪਬਲਿਕ ਲੈਵਲ ਦੇ ਉੱਤੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਆਮ ਸੁਸਾਇਟੀ ਦੇ ਜਿਹੜੇ ਫੋਰਮ ਨੇ, ਉਹਦੇ ਜ਼ਰੀਏ ਇਹਦੀ ਗੱਲਬਾਤ ਹੋਵੇ, ਆਮ ਬੰਦਿਆਂ ਤੱਕ ਜਾਵੇ ਗੱਲ ਇਹ, ਚਾਹੇ ਨੁੱਕੜ ਨਾਟਕਾਂ ਨਾਲ ਹੋਵੇ ਕਿ ਇਹਦੀ ਕੀ ਲੋੜ ਹੈਗੀ ਹੈ, ਤਾਂ ਉਸ ਤੋਂ ਬਾਅਦ ਜਿਹੜੀ ਹੈ ਇੱਕ ਲੋਕ ਰਾਏ ਜਨਰੇਟ ਹੋ ਸਕਦੀ ਹੈ, ਹੌਲੀ ਹੌਲੀ ਲੋਕਾਂ ਨੂੰ ਸਮਝਾਇਆ ਜਾਵੇ। ਲੇਕਿਨ ਮੈਨੂੰ ਨਹੀਂ ਨਜ਼ਰ ਆ ਰਿਹਾ, ਕਿਉਂਕਿ ਜਿਹੜੀ ਮੌਜੂਦਾ ਸਾਡੀ ਸੱਤਾਧਾਰੀ ਪਾਰਟੀ ਹੈ ਉਸਨੇ ਹੁਣ ਤੱਕ ਆਪਣੀ ਜਿਹੜੀ ਬਰੂਟ ਮੈਜੋਰਿਟੀ ਹੈ ਉਸ ਨੂੰ ਯੂਜ਼ ਕਰਕੇ ਜਿਸ ਤਰ੍ਹਾਂ ਖੇਤੀ ਬਿੱਲ ਪਾਸ ਕੀਤੇ ਉਹ ਬਾਅਦ 'ਚ ਵਾਪਸ ਲੈਣੇ ਪਏ। ਈਵਨ ਧਾਰਾ 370 ਤੇ ਹਟਣ ਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਹਟਣੀ ਹੀ ਸੀ ਕਿਉਂਕਿ ਸਾਡੇ ਸੰਵਿਧਾਨ 'ਚ ਲਿਖਿਆ ਹੋਇਆ ਕਿ ਉਹ ਟੈਂਪਰੇਰੀ ਸੀ। ਜਿਸ ਤਰੀਕੇ ਨਾਲ ਹਟਾਈ ਗਈ ਉਸ ਨਾਲ ਪ੍ਰੋਬਲਮ ਹੋਈ। ਸੋ ਸਾਡੀ ਸੱਤਾਧਾਰੀ ਪਾਰਟੀ ਜਿਹੜੀ ਹੈ ਇਸ ਵੇਲੇ ਬੀਜੇਪੀ ਔਰ ਉਹਨਾਂ ਦੇ ਪਿੱਛੇ ਜਿਹੜੀ ਦਿਮਾਗ ਕੰਮ ਕਰਦਾ RSS, ਉਹਨਾਂ ਦਾ ਇੱਕ ਤਰੀਕਾ ਹੈ ਕਿ ਤੁਸੀਂ ਉਹਨਾਂ ਦੀ ਮਨਸ਼ਾ ਸ਼ਾਇਦ ਇਹ ਨਹੀਂ ਹੈਗੀ ਕਿ ਸਮਾਜ ਕੀ ਚੰਗੀ ਤਬਦੀਲੀ ਆਵੇ, ਬੇਸਿਕ ਉਹਨਾਂ ਦੀ ਦੌੜ ਹੈ ਸੱਤਾ ਤੇ ਕਾਬਜ਼ ਰਹਿਣਾ, ਔਰ ਉਹਨਾਂ ਦੀ ਡਿਵਿਸਿਵ ਪੋਲੀਟਿਕਸ ਹੈ। ਉਹ ਇਸ ਕਰਕੇ ਇਸ ਤਰ੍ਹਾਂ ਦੇ ਮੁੱਦੇ ਚੁੱਕਦੇ ਹੈ ਇਲੈਕਸ਼ਨ ਦੇ ਨੇੜੇ ਆ ਕੇ, ਖਾਸ ਤੌਰ 'ਤੇ ਜਿਨ੍ਹਾਂ ਨਾਲ ਸਮਾਜ ਦੇ ਵਿੱਚ ਜਿਹੜਾ ਹੈ ਉਹ ਆਪਸ ਦੇ ਵਿੱਚ ਬਦਮਗਜ਼ੀ ਪੈਦਾ ਹੋਵੇ, ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਪੋਲਰਾਈਜੇਸ਼ਨ ਹੋਵੇ, ਔਰ ਪੋਲਰਾਈਜੇਸ਼ਨ ਦਾ ਉਹਨਾਂ ਦੀ ਸਾਰੀ ਪੋਲੀਟਿਕਸ ਹੀ ਪੋਲਰਾਈਜੇਸ਼ਨ ਹੈ। ਇਸ ਕਰਕੇ ਉਹਨਾਂ ਦਾ ਜਿਹੜਾ ਮੇਨ ਆਬਜੈਕਟਿਵ ਆ ਉਹ ਇਹ ਹੈ, ਟ੍ਰਿਪਲ ਤਲਾਕ ਬਿੱਲ ਦਾ ਕਿੰਨਾ ਕੁ ਫਾਇਦਾ ਹੋਇਆ, ਉਹਦੀਆਂ ਕੀ ਫਾਲੋਆਊਟਸ ਹੋਈਆਂ, ਉਹਦੀ ਅੱਜ ਕੱਲ੍ਹ ਕੋਈ ਗੱਲ ਹੀ ਨਹੀਂ ਕਰਦਾ, ਜਾਂ ਹੋਰ ਸਾਰੇ ਜੋ ਮਸਲੇ ਹੋਏ, ਉੱਥੋਂ ਸਾਫ਼ ਜ਼ਾਹਿਰ ਹੈ ਕਿ ਉਹਨਾਂ ਦੀ ਕੀ ਮਨਸ਼ਾ ਹੈਗੀ ਹੈ। ਔਰ ਉਹੀ ਮਨਸ਼ਾ ਇਸ ਵੇਲੇ ਜਦੋਂ ਕਿ ਹੁਣ ਇਲੈਕਸ਼ਨ ਨੂੰ, ਲੋਕ ਸਭਾ ਦੀ ਜਨਰਲ ਇਲੈਕਸ਼ਨ ਨੂੰ 1 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ, ਇਸ ਵੇਲੇ ਉਸ ਕੋਡ ਦੀ ਗੱਲ ਕਰਨਾ, ਇਹ 4 ਸਾਲ ਪਹਿਲਾਂ ਕਿਉਂ ਨਹੀਂ ਕਰਤਾ ਗਿਆ? ਬਿਲਕੁਲ ਇਹੀ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦੀ ਇੱਕ ਪੋਲਿਟਿਕਸ ਆ, ਜਿਹੜੀ ਧਰੁਵੀਕਰਨ ਦੀ ਇੱਕ ਰਾਜਨੀਤੀ ਉਹਨਾਂ ਦੀ, ਤਾਂ UCC ਉਹਦੇ ਵਿੱਚ ਫਿੱਟ ਕਿਵੇਂ ਬੈਠਦਾ? ਇਹ ਜ਼ਰੂਰ ਦੱਸੋ ਕਿ ਭਾਜਪਾ ਨੂੰ ਯੂਨੀਫਾਰਮ ਸਿਵਲ ਕੋਡ ਆਪਦੀ ਪੋਲਿਟਿਕਸ ਦੇ ਵਿੱਚ ਕਿਵੇਂ ਫਿੱਟ ਬੈਠਦਾ? ਮੈਂ ਪਹਿਲਾਂ ਤਾਂ ਇਹ ਸਪਸ਼ਟ ਕਰੂੰਗਾ ਕਿ ਯੂਨੀਫਾਰਮ ਸਿਵਲ ਕੋਡ ਇੱਕ ਬਹੁਤ ਵਧੀਆ ਆਈਡੀਆ, ਇਹ ਹੋਣਾ ਚਾਹੀਦਾ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਹੋਣਾ ਚਾਹੀਦਾ, ਲੇਕਿਨ ਇਹਨੂੰ ਕਿੱਦਾਂ ਕੀਤਾ ਜਾਣਾ ਉਹ ਵੀ ਬਹੁਤ ਮਹੱਤਵਪੂਰਨ ਹੈ। ਇਹਨੂੰ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਸਮਾਜ ਦੇ ਵਿੱਚ ਦਰਾੜਾਂ ਨਾ ਪੈਣ, ਲੋਕ ਆਪਸ ਦੇ ਵਿੱਚ ਲੜਨ ਨਾ। ਭਾਜਪਾ ਨੂੰ ਫਿੱਟ ਇਸ ਕਰਕੇ ਹੈ ਕਿ ਉਹ ਇਸ ਨੂੰ ਵਰਤ ਕੇ ਉਹ ਦਰਾਰਾਂ ਜਿਹੜੀਆਂ ਪੈਣਗੀਆਂ, ਜਿਹੜੀ ਉਹ ਇੱਕ ਡਿਬੇਟ ਹੋਏਗੀ, ਇੱਕ ਹੇਟਰਡ ਫੈਲੇਗੀ ਆਪਸ ਦੇ ਵਿੱਚ, ਜਿਹੜੀ ਗਰਮਾ ਗਰਮ ਬਹਿਸਾਂ ਹੋਣਗੀਆਂ, ਲੋਕ ਲੜਨਗੇ ਆਪਸ ਦੇ ਵਿੱਚ, ਪ੍ਰੋਟੈਸਟ ਹੋਏਗਾ, ਉਹਦੇ ਨਾਲ ਜਿਹੜੀ ਉਹਨਾਂ ਦਾ ਧਰੁਵੀਕਰਨ, ਪੋਲਰਾਈਜੇਸ਼ਨ ਵਧੇਗੀ, ਉਸ ਦਾ ਉਹਨੂੰ ਫਾਇਦਾ। ਇਹ UCC ਭਾਜਪਾ ਨੂੰ ਇੱਦਾਂ ਉਹਨਾਂ ਦੇ ਸਕੀਮ 'ਚ ਫਿੱਟ ਆਉਂਦਾ। ਥੋੜ੍ਹਾ ਜਿਹਾ ਪ੍ਰੋਫੈਸਰ ਸਾਹਿਬ ਜ਼ਰੂਰ ਦੱਸੋ, ਮੰਨ ਲਓ ਕਿ ਅੱਜ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਂਦਾ, ਆਮ ਬੰਦੇ ਦਾ ਕੀ ਅਸਰ ਪਵੇਗਾ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦਿੱਕਤਾਂ ਆਉਣਗੀਆਂ, ਲੋਕ ਕਮਿਊਨਿਟੀਜ਼ ਆਪਸ ਵਿੱਚ ਲੜਨਗੇ, ਅੱਜ ਲਾਗੂ ਹੋ ਜੇ, ਇਹੋ ਜਿਹੇ ਕਿਹੜੇ ਅਸਰ ਹੋਣਗੇ ਜਿਹਦੇ ਨਾਲ ਲੋਕਾਂ ਦੇ ਵਿੱਚ ਦਰਾਰ ਪੈਦਾ ਹੋਊਗੀ? ਨਹੀਂ, UCC ਨਾਲ ਦਰਾਰ ਨਹੀਂ ਪੈਦਾ ਹੋਏਗੀ, ਇਸ ਨੂੰ ਲਾਗੂ ਕਰਨ ਦੇ ਢੰਗ ਨਾਲ ਦਰਾਰ ਪੈਦਾ ਹੋਏਗੀ। ਪ੍ਰੋਬਲਮ ਇਹ ਨਹੀਂ ਹੈ ਕਿ ਤੁਸੀਂ ਕਿਸੇ ਦੇ ਇੰਜੈਕਸ਼ਨ ਲਗਾਉਣਾ, ਜੇ ਤਾਂ ਤੁਸੀਂ ਤਰੀਕੇ ਨਾਲ ਇੰਜੈਕਸ਼ਨ ਲਗਾਓਗੇ ਤਾਂ ਉਹਦੀ ਦਰਦ ਬਹੁਤ ਘੱਟ ਹੋਊਗੀ, ਉਹਦਾ ਫਾਇਦਾ ਹੋਊਗਾ। ਅਤੇ ਜੇ ਤੁਸੀਂ ਸਿੱਧਾ ਜਿਹੜਾ ਹੈਗਾ ਉਸ ਨੂੰ ਹੱਥ ਨਾਲ ਠੋਕੋਗੇ, ਜਿਸ ਤਰ੍ਹਾਂ ਅਸੀਂ ਜਾਨਵਰਾਂ ਦੇ ਇੰਜੈਕਸ਼ਨ ਲਗਾਉਂਦੇ, ਤਾਂ ਜ਼ਾਹਿਰ ਹੈ ਉਹਦਾ ਨੁਕਸਾਨ ਹੋਏਗਾ। ਜਿਸ ਤਰ੍ਹਾਂ ਮੈਂ ਕਿਹਾ, ਯੂਨੀਫਾਰਮ ਸਿਵਲ ਕੋਡ ਆਪਣੇ ਆਪ 'ਚ ਇੱਕ ਬਹੁਤ ਚੰਗੀ ਗੱਲ ਹੈ, ਇਹ ਹੋਣਾ ਚਾਹੀਦਾ, ਇਹਦਾ ਬਹੁਤ ਫਾਇਦਾ ਹੈ, ਖਾਸ ਤੌਰ 'ਤੇ ਔਰਤਾਂ ਨੂੰ ਬਹੁਤ ਫਾਇਦਾ ਹੈ। ਸਾਡੇ ਜਿੰਨੇ ਵੀ ਟ੍ਰੈਡੀਸ਼ਨਲ ਲਾਜ਼ ਨੇ, ਚਾਹੇ ਉਹ ਇਸਲਾਮਿਕ ਸ਼ਰੀਆ ਹੈ ਜਾਂ ਸਾਡੇ ਕੋਈ ਟਰਾਈਬਲ ਲਾਜ਼ ਨੇ, ਜਾਂ ਜਿਸ ਵੀ ਕਿਸੇ ਕਮਿਊਨਿਟੀ ਦਾ ਕੋਈ ਲਾਅ ਹੈ, ਉਹਦੇ 'ਚ ਤੁਸੀਂ ਦੇਖੋਗੇ ਕਿ ਉਹਦੇ 'ਚ ਜੈਂਡਰ ਇਸ਼ੂਜ਼ ਨੇ, ਉਹ ਇਨਵੇਰੀਏਬਲੀ ਮਰਦਾਂ ਨੂੰ ਫੇਵਰ ਕਰਦਾ ਹੈ। ਦੂਸਰੀ ਗੱਲ ਕਿ ਉਹ ਸਾਰੇ ਕਾਨੂੰਨ ਜਿਹੜੇ ਹੈ ਬਹੁਤ ਪਹਿਲਾਂ ਬਣੇ ਸੀਗੇ। ਫੋਰ ਐਗਜ਼ਾਮਪਲ ਇਸਲਾਮਿਕ ਸ਼ਰੀਆ ਲਾਅ ਜਿਹੜੇ ਹੈਗੇ ਉਹ ਤਕਰੀਬਨ 1200-1300-1400 ਸਾਲ ਪੁਰਾਣੇ ਹੈ। ਇਸੇ ਤਰ੍ਹਾਂ ਜਿਹੜੇ ਮਤਲਬ ਜਿਸ ਤਰ੍ਹਾਂ ਹੁਣ ਹਿੰਦੂ ਜਿਹੜਾ ਸਿੱਖ ਆਨੰਦ ਐਕਟ ਹੈ, ਉਹਦੇ ਵਿੱਚ ਵੀ ਜਿਹੜਾ ਹੈ ਕਈ ਚੀਜ਼ਾਂ ਨਹੀਂ ਹੈਗੀਆਂ, ਜਾਂ ਹੋਰ ਜਿਹੜੇ ਟਰਾਈਬਲ ਐਕਟਸ ਹੈ ਉਹ ਪੁਰਾਣੇ ਬਣੇ ਹੋਏ ਨੇ, ਜਾਂ ਜਿਹੜੇ ਹਿੰਦੂ ਕੋਡ ਬਿੱਲ ਤੋਂ ਪਹਿਲਾਂ ਦਾ ਜਿਹੜਾ ਹਿੰਦੂ ਸੁਸਾਇਟੀ ਦੇ ਜਿਹੜੇ ਲਾਅ ਸੀਗੇ ਉਹ ਸਾਡੇ ਪੁਰਾਣੇ ਬਣੇ ਹੋਏ ਹੈ। ਉਦੋਂ ਸਮਾਜ ਦੀਆਂ ਹਾਲਾਤ ਕੁਛ ਹੋਰ ਸੀਗੇ। ਹੁਣ ਸਮਾਜ ਬੜੀ ਤੇਜ਼ੀ ਨਾਲ ਤਬਦੀਲ ਹੋ ਰਿਹਾ ਹੈ, ਉਹਦੇ ਵਿੱਚ ਜਿਹੜਾ ਹੈ ਡਿਫਰੈਂਟ ਕਮਿਊਨਿਟੀਜ਼ ਦਾ ਰੋਲ, ਔਰਤਾਂ ਦਾ ਰੋਲ, ਰਹਿਣ ਸਹਿਣ ਦੇ ਤਰੀਕੇ, ਅਰਬਨਾਈਜੇਸ਼ਨ ਹੋਣ ਨਾਲ ਜਿਹੜੀ ਇੱਕ ਸੈਕੂਲਰਾਈਜੇਸ਼ਨ ਹੋ ਰਹੀ ਹੈ, ਹੋਮੋਜਨਾਈਜੇਸ਼ਨ ਔਰ ਸੈਕੂਲਰਾਈਜੇਸ਼ਨ ਹੋ ਰਹੀ ਹੈ, ਉਹਦੇ ਨਾਲ ਸਮੇਂ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਕਾਨੂੰਨ ਜਿਹੜੀ ਹੈ ਸਾਡੀ ਵਿਅਕਤੀਗਤ ਜ਼ਿੰਦਗੀ ਨੂੰ ਗਵਰਨ ਕਰਨ, ਜਿਹੜੇ ਸਾਰਿਆਂ ਨੂੰ
ਇੱਕੋ ਜਿਹੇ ਹੋਣ, ਸਾਰਿਆਂ ਨੂੰ ਜਿਹੜਾ ਉਹਦਾ ਬੈਨੀਫਿਟ ਹੁੰਦਾ ਹੋਵੇ। ਉਹਦੇ 'ਤੇ ਜ਼ਿਆਦਾਤਰ ਇਤਰਾਜ਼ ਜਿਹੜੇ ਰਾਈਟ ਵਿੰਗ ਗਰੁੱਪਸ ਨੇ ਇਹਨਾਂ ਕਮਿਊਨਿਟੀਜ਼, ਚਾਹੇ ਉਹ ਸਿੱਖਾਂ 'ਚ ਹੋਣ, ਜਿਸ ਤਰ੍ਹਾਂ ਤੁਸੀਂ ਕਿਹਾ ਸ਼੍ਰੋਮਣੀ ਕਮੇਟੀ ਨੇ ਵੀ ਦਿੱਤਾ, ਜਾਂ ਹਿੰਦੂਆਂ 'ਚ ਹੋਣ, ਉਹਨਾਂ ਦੀ ਸਾਡੀ ਜੀ ਧਾਰਮਿਕ ਸੁਤੰਤਰਤਾ ਦੇ ਉੱਤੇ ਜਿਹੜਾ ਇਹ ਹਮਲਾ ਹੋ ਰਿਹਾ। ਤੁਹਾਡੀ ਧਾਰਮਿਕ ਆਇਡੈਂਟੀਟੀ ਜਿਹੜੀ ਹੈਗੀ ਉਹ ਰਹੂਗੀ, ਉਸ ਨੂੰ ਕੋਈ ਨਹੀਂ ਕਹਿੰਦਾ। ਦ ਵੇ ਯੂ ਮੈਰੀ ਤੁਸੀਂ ਕਰਦੇ ਰਹੋ, ਤੁਸੀਂ ਬੇਦੀ 'ਤੇ ਲਾਵਾਂ ਲਓ, ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੁਆਲੇ ਲਾਵਾਂ ਲਓ, ਜਾਂ ਤੁਸੀਂ ਨਿਕਾਹ ਕਰੋ, ਕੋਈ ਇਤਰਾਜ਼ ਨਹੀਂ ਕਰਦੇ। ਸਿਰਫ ਜਿਹੜੇ ਪਾਰਟ ਉਹਦੇ ਪ੍ਰੋਬਲਮ ਕ੍ਰੀਏਟ ਕਰਦੇ ਆ, ਜਿਸ ਤਰ੍ਹਾਂ ਹੁਣ ਇਸਲਾਮ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਉਹ ਡਾਈਵੋਰਸ ਲਾਜ਼ ਦੇ ਵਿੱਚ ਹੱਕ ਮੇਰ ਦਾ ਕਨਸੈਪਟ ਹੈ। ਹੱਕ ਮੇਰ ਦਾ ਕਨਸੈਪਟ ਆਬਸੋਲੀਟ ਹੋ ਚੁੱਕਾ। ਉੱਥੇ ਜ਼ਰੂਰੀ ਹੈ ਕਿ ਮੇਨਟੇਨੈਂਸ ਐਲੀਮੋਨੀ ਜਿਹੜੀ ਹੈ ਜਾਂ ਮੇਨਟੇਨੈਂਸ ਹੈ ਉਹਨੂੰ ਮਾਡਰਨ ਲਾਅ ਦੇ ਮੁਤਾਬਕ ਵਰਨ ਕੀਤਾ ਜਾਵੇ, ਜਾਂ ਹੋਰ ਜਿਹੜੇ ਇਸ਼ੂਜ਼ ਨੇ। ਇਸੇ ਤਰ੍ਹਾਂ ਦੂਸਰੀਆਂ ਕਮਿਊਨਿਟੀਜ਼ ਦੇ ਵਿੱਚ ਜਿਹੜੇ ਇਸ਼ੂਜ਼ ਨੇ, ਜਿਹੜੇ ਕਿ ਔਰਤ ਮਰਦ ਦੀ ਜਿਹੜੀ ਸਮਾਨਤਾ ਦੀ ਗੱਲ ਨਹੀਂ ਕਰਦੇ। ਖਾਸ ਤੌਰ 'ਤੇ ਇਤਰਾਜ਼ ਹੁੰਦਾ ਸੀ ਜਦੋਂ ਔਰਤਾਂ ਨੂੰ ਪ੍ਰੋਪਰਟੀ ਦੀ ਗੱਲ ਕੀਤੀ ਜਾਂਦੀ ਸੀ ਦੇਣ ਦੀ। ਹਿੰਦੂ ਕੋਡ ਬਿੱਲ ਦਾ ਵੀ ਵਿਰੋਧ ਜ਼ਿਆਦਾਤਰ ਇਸੇ ਕਰਕੇ ਹੋਇਆ ਸੀ ਕਿ ਔਰਤਾਂ ਨੂੰ ਜਿਹੜਾ ਹੈ ਪੇਰੈਂਟਲ ਪ੍ਰੋਪਰਟੀ ਦੇ ਵਿੱਚੋਂ ਕਿਉਂ ਰਾਈਟ ਮਿਲੇ। ਸੋ ਇਹ ਸਾਰੀਆਂ ਚੀਜ਼ਾਂ ਹੁਣ ਦੇ ਸਮੇਂ ਦੀ ਸ਼ਾਇਦ ਇਹ ਲੋੜ ਹੈਗੀ ਹੈ, ਅਤੇ ਇਹ ਸਾਰੇ ਫਾਇਦੇ ਜਿਹੜੇ ਹੈਗੇ ਆ ਹੋਣਗੇ, ਔਰ ਸਮਾਜ ਦੇ ਵਿੱਚ ਜਿਹੜੀ ਇਕਸਾਰਤਾ ਕਾਨੂੰਨ ਨੂੰ ਲੈ ਕੇ ਆਉਣੀ ਚਾਹੀਦੀ ਹੈ। ਇੱਕ ਦੇਸ਼ ਦੇ ਵਿੱਚ ਇੱਕ ਕਾਨੂੰਨ ਜਿਹੜਾ ਹੋਣਾ ਚਾਹੀਦਾ। ਆਲਰੇਡੀ ਸਾਡੇ ਕ੍ਰਿਮੀਨਲ ਲਾਜ਼ ਸੇਮ ਨੇ, ਸਭ ਕੁਝ ਨੇ, ਸਿਰਫ ਸਿਵਲ ਕੋਡ ਦੀ ਪ੍ਰੋਬਲਮ ਹੈ, ਸਿਵਲ ਲਾਅ ਦੀ। ਅਤੇ ਜੋ ਵੀ ਇੱਕ ਹੋ ਜਾਊਗਾ ਤਾਂ ਬਹੁਤ ਕੁਝ ਠੀਕ ਹੋ ਜਾਊਗਾ। ਬਹੁਤ ਸਾਰੀਆਂ ਜਿਹੜੀਆਂ ਬੇਇਨਸਾਫੀਆਂ ਜਾਂ ਇਹਨਾਂ ਟ੍ਰੈਡੀਸ਼ਨਲ ਲਾਜ਼ ਨੂੰ ਇਸਤੇਮਾਲ ਕਰਕੇ ਜੋ ਲੋਕ ਜਿਹੜਾ ਹੈ ਉਹ ਕੁਝ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਜਿਹੜੀਆਂ ਕਿ ਨਹੀਂ ਹੋਣਗੀਆਂ, ਤਾਂ ਉਹਦੇ ਨਾਲ ਸਮਾਜ ਦੇ ਵਿੱਚ ਜਿਹੜੀ ਹੈ ਉਹ ਕੁਝ ਚੰਗੀਆਂ ਗੱਲਾਂ ਹੀ ਹੋ ਜਾਣਗੀਆਂ, ਫਾਇਦਾ ਹੀ ਹੋਏਗਾ ਮੇਰੇ ਖਿਆਲ ਮੁਤਾਬਕ। ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਰਸਨਲ ਲਾਅ ਵੱਖੋ ਵੱਖਰੇ ਨੇ, ਇੱਕ ਹੋਣੇ ਚਾਹੀਦੇ ਆ, ਪਰ ਸ਼੍ਰੋਮਣੀ ਕਮੇਟੀ ਜਾਂ ਹੋਰ ਘੱਟ ਗਿਣਤੀਆਂ ਦਾ ਇਤਰਾਜ਼ ਇਸ ਗੱਲ 'ਤੇ ਜ਼ਿਆਦਾ ਆ ਕਿ ਜਿਹੜਾ ਇਹ ਕੇਂਦਰੀਕਰਨ ਦੀ ਰਾਜਨੀਤੀ ਆ, ਇਹ ਹਿੰਦੂ ਰਾਸ਼ਟਰ ਵੱਲ ਨੂੰ ਗੱਲ ਵੱਧਦੀ ਹੈ। ਕੀ ਭਾਜਪਾ ਯੂਨੀਫਾਰਮ ਸਿਵਲ ਕੋਡ ਲਿਆ ਕੇ ਹਿੰਦੂ ਰਾਸ਼ਟਰ ਵੱਲ ਨੂੰ ਵੱਧ ਰਹੀ ਹੈ? ਦੇਖੋ, ਜੋ ਮਾਹੌਲ ਪਿਛਲੇ 8 ਸਾਲ ਇਸ ਦੇਸ਼ 'ਚ ਬਣਿਆ, ਮਾਈਨੋਰਿਟੀਜ਼ ਦੀ ਇਨਸਿਕਿਉਰਿਟੀ ਵਧੀ ਹੈਗੀ ਹੈ। ਉਸ ਕਰਕੇ ਮਾਈਨੋਰਿਟੀਜ਼ ਜੇ ਸ਼ੱਕ ਕਰ ਰਹੀਆਂ ਹੈਗੀਆਂ ਭਾਜਪਾ ਦੇ ਇਸ ਸਟੈਪ ਦੇ ਉੱਤੇ, ਤਾਂ ਉਹ ਨਿਰਾਧਾਰ ਨਹੀਂ ਹੈਗਾ, ਉਹਦਾ ਕੋਈ ਆਧਾਰ ਹੈਗਾ। ਮੈਂ ਪਹਿਲਾਂ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਇੱਕ ਬਹੁਤ ਵਧੀਆ ਚੀਜ਼ ਹੈਗੀ ਹੈ। ਉਸ ਨੂੰ ਜਿਸ ਤਰੀਕੇ ਨਾਲ ਭਾਜਪਾ ਲਾਗੂ ਕਰਨ ਜਾ ਰਹੀ ਹੈ ਜਾਂ ਸੋਚ ਰਹੀ ਹੈ, ਉਹ ਉਸ ਨੂੰ ਖਾਮ-ਖਾ ਕੰਟਰੋਵਰਸ਼ੀਅਲ ਬਣਾਊਗਾ। ਇੱਕ ਚੰਗੀ ਕੰਮ ਜਿਹੜਾ ਹੋ ਸਕਦਾ ਹੈ ਉਸ ਨੂੰ ਕੰਟਰੋਵਰਸ਼ੀਅਲ ਬਣਾਤਾ ਜਾਊਗਾ। ਸੋ ਮਾਈਨੋਰਿਟੀਜ਼ ਗਰੁੱਪ ਜਿਹੜੇ ਹੁੰਦੇ ਕਿਸੇ ਵੀ ਮਲਟੀਕਲਚਰਲ ਸੁਸਾਇਟੀ 'ਚ, ਖਾਸ ਤੌਰ 'ਤੇ ਸਾਡੇ ਵਰਗੀ ਜਿੱਥੇ ਇੱਕ ਬਹੁਤ ਬੜਾ ਮੈਜੋਰਿਟੀ ਗਰੁੱਪ ਹੈ ਔਰ ਛੋਟੀਆਂ ਮਾਈਨੋਰਿਟੀਜ਼ ਨੇ, ਉੱਥੇ ਮਾਈਨੋਰਿਟੀਜ਼ ਹਮੇਸ਼ਾ ਹੀ ਅਲਰਟ ਰਹਿੰਦੀਆਂ ਕਿ ਉਹਨਾਂ ਨੂੰ ਮੈਜੋਰਿਟੀ ਜਿਹੜੀ ਗਰੁੱਪ ਹੈ ਉਹਨਾਂ ਦੇ ਕਲਚਰ, ਉਹਨਾਂ ਦੇ ਭਾਸ਼ਾ ਜਾਂ ਉਹਨਾਂ ਦੇ ਰਿਲੀਜਨ ਦੇ ਉੱਤੇ ਐਨਕਰੋਚ ਨਾ ਕਰ ਦੇਵੇ। ਇਸ ਕਰਕੇ ਸਮੇਂ ਦੀ ਸਰਕਾਰ ਦਾ ਜਾਂ ਮੈਜੋਰਿਟੀ ਲੋਕਾਂ ਦਾ ਇਹ ਇੱਕ ਮੋਰਲ ਡਿਊਟੀ ਬਣ ਜਾਂਦੀ ਹੈ ਕਿ ਉਹ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਕੰਮ ਕੀਤਾ ਜਾਵੇ ਕਿ ਮਾਈਨੋਰਿਟੀਜ਼ ਦਾ ਜਿਹੜਾ ਟਰਸਟ ਹੈ, ਜਿਹੜਾ ਭਰੋਸਾ ਹੈ, ਜਿਹੜਾ ਕੌਨਫੀਡੈਂਸ ਹੈ, ਉਹ ਸ਼ੇਕ ਨਾ ਹੋਵੇ। ਅਨਫੋਰਚੂਨੇਟਲੀ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਇਸ ਤਰੀਕੇ ਨਾਲ ਉਸਨੇ ਕੰਮ ਕੀਤਾ ਕਿ ਮਾਈਨੋਰਿਟੀਜ਼ ਜਿਹੜੀਆਂ ਹੈ ਉਹਨਾਂ ਦਾ ਟਰਸਟ ਸ਼ੇਕ ਹੋਇਆ। ਖਾਮ-ਖਾ ਦੇ ਇਸ਼ੂਜ਼ ਉਛਾਲੇ ਗਏ, ਉਹਨਾਂ ਮਾਈਨੋਰਿਟੀਜ਼ ਨੂੰ ਅਫੈਂਡ ਕੀਤਾ ਗਿਆ ਆਨੇ ਬਹਾਨੇ, ਕਿਉਂਕਿ ਉਹਨਾਂ ਦੀ ਜਿਹੜੀ ਰਾਜਨੀਤੀ ਹੈ ਉਹ ਡਿਵਿਸਿਵ ਪੋਲੀਟਿਕਸ ਹੈ ਸਾਰੀ। ਹੁਣ ਤਾਂ ਹਿੰਦੁਸਤਾਨ ਦਾ ਬੱਚਾ ਜਾਣ ਲੱਗ ਗਿਆ ਕਿ ਭਾਜਪਾ ਉਹੀ ਗੱਲ ਕਰ ਰਹੀ ਜੋ ਅੰਗਰੇਜ਼ ਕਰ ਰਹੇ ਸੀ, ਪਾੜੋ ਤੇ ਰਾਜ ਕਰੋ। ਸੋ ਆਪਸ ਦੇ ਵਿੱਚ ਸਮੁਦਾਇਆਂ ਨੂੰ ਲੜਾਓ, ਔਰ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਤਾਦਾਦ ਹੈ ਹਿੰਦੂਆਂ ਦੀ, ਉਹਨਾਂ ਨੂੰ ਕਦੇ ਕੋਈ ਖਤਰਾ ਨਹੀਂ ਇੱਥੇ ਰਿਹਾ, ਲੇਕਿਨ ਉਹਨਾਂ ਨੂੰ ਡਰਾਓ ਕਿ ਦੇਖੋ ਇਹ ਤੁਹਾਨੂੰ ਖਤਰਾ ਹੈ। ਕਦੇ ਕੋਈ ਗੱਲ ਕੀਤੀ ਜਾਵੇ, ਕਦੇ ਕੋਈ ਕਿਹਾ ਜਾਵੇ ਕਿਸੇ ਦੀ ਆਬਾਦੀ ਵੱਧ ਰਹੀ ਹੈ ਜਾਂ ਇਹ ਹਿੰਦੂਤਵ ਦੇ ਜਿਹੜਾ ਹੈ ਉਸ ਦੇ ਉੱਤੇ ਅਟੈਕ ਹੋ ਰਿਹਾ। ਸੋ ਇਹੋ ਜਿਹੀਆਂ ਨਿਰਾਧਾਰ ਖਾਮ-ਖਾ ਗੱਲਾਂ ਕਰਕੇ ਇਸ ਬਹੁਤ ਵਧੀਆ ਜਿਹੜਾ ਕਨਸੈਪਟ ਹੈ ਯੂਨੀਫਾਰਮ ਸਿਵਲ ਕੋਡ ਦਾ, ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਤਾਂ ਸਾਡੇ ਜਿਹੜੀ ਨੈਸ਼ਨਲ ਲੀਡਰਸ਼ਿਪ ਸੀਗੀ, ਜਿਹੜੀ ਸੁਤੰਤਰਤਾ ਅੰਦੋਲਨ ਜਿਨ੍ਹਾਂ ਦੀ ਅਗਵਾਈ 'ਚ ਹੋਇਆ, ਜਿਨ੍ਹਾਂ ਨੇ ਇਸ ਦੇਸ਼ ਦੇ ਨਿਰਮਾਣ ਦੀ ਨੀਂਹ ਰੱਖੀ, ਜਿਹਦੇ ਕਰਕੇ ਅੱਜ ਵੀ ਇਹ ਦੇਸ਼ ਚੱਲ ਰਿਹਾ, ਇਹ ਤਾਂ ਉਹਨਾਂ ਨੇ ਵੀ ਮੰਨਿਆ ਕਿ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਸੀ, ਔਰ ਉਹਨਾਂ ਨੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਉਦੋਂ ਲਿਖ ਦਿੱਤਾ ਸੀਗਾ। ਤੋ ਇਹ ਬਹੁਤ ਵਧੀਆ ਇੱਕ ਚੀਜ਼ ਹੈ, ਲੇਕਿਨ ਉਸ ਨੂੰ ਕਰਨ ਦਾ ਤਰੀਕਾ ਜਿਹੜਾ ਹੈ ਇਹਨੂੰ ਕੰਟਰੋਵਰਸ਼ੀਅਲ ਬਣਾ ਰਿਹਾ। ਇਹੀ ਸਾਰੀ ਉਹਨਾਂ ਦੀ ਰਾਜਨੀਤੀ ਹੈ, ਔਰ ਇਸੇ 'ਤੇ ਹੀ ਲੋਕਾਂ ਨੂੰ ਇਤਰਾਜ਼ ਹੈ। ਯੂਨੀਫਾਰਮ ਸਿਵਲ ਕੋਡ 'ਤੇ ਇਤਰਾਜ਼ ਨਹੀਂ ਹੈ, ਦ ਵੇ ਇਟ ਵਿਲ ਬੀ ਇੰਪਲੀਮੈਂਟਡ। ਜਿਸ ਤਰ੍ਹਾਂ ਖੇਤੀ ਬਿੱਲ ਕੀਤੇ ਗਏ, ਜ਼ਬਰਦਸਤੀ ਕੀਤਾ ਗਿਆ। ਜਿਸ ਤਰ੍ਹਾਂ ਧਾਰਾ 370 ਨੂੰ ਮੈਂ ਕਿਹਾ ਕਿ ਉਹ ਹਟਾਈ ਜਾਣੀ ਚਾਹੀਦੀ ਸੀ, ਹਟ ਗਈ, ਉਹ ਹਟਣੀ ਹੀ ਸੀ, ਲੇਕਿਨ ਉਹਨੂੰ ਹਟਾਉਣ ਦਾ ਤਰੀਕਾ ਗਲਤ ਸੀਗਾ। ਇੱਕ ਪ੍ਰੋਫੈਸਰ ਸਾਹਿਬ, ਜਿਵੇਂ ਉੱਤਰਾਖੰਡ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਇਹ ਦੇਖਿਆ ਜਾ ਰਿਹਾ ਬੀਜੇਪੀ ਦੀਆਂ ਜਿਹੜੀਆਂ ਰੂਲਡ ਸਟੇਟਸ ਨੇ ਉਹਨਾਂ ਦੇ ਵਿੱਚੋਂ ਇੱਕ ਉੱਤਰਾਖੰਡ ਆ, ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬਾ ਸਰਕਾਰ
ਯੂਨੀਫਾਰਮ ਸਿਵਲ ਕੋਡ ਲਾਗੂ ਕਰੇ। ਕੀ ਸੂਬਾ ਸਰਕਾਰਾਂ ਕੋਲੇ ਹੱਕ ਹੈ ਕਿ ਉਹ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰ ਦੇਣ? ਨਹੀਂ, ਜਿਹੜੀ ਸਾਡੀ ਇਹ ਕਾਨੂੰਨ ਹੈ, ਇਹ ਜਦੋਂ ਨੈਸ਼ਨਲ ਲੈਵਲ 'ਤੇ ਬਣਨਾ ਤਾਂ ਇਹ ਪਾਰਲੀਮੈਂਟ ਹੀ ਇਸ 'ਤੇ ਇਨੈਕਟ ਕਰੇਗੀ। ਜਿੱਦਾਂ ਸਾਡੀ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਾਂ ਇੰਡੀਅਨ ਜਿਹੜਾ ਪੀਨਲ ਕੋਡ ਹੈ, ਉਹ ਸਾਰੇ ਦੇਸ਼ ਦਾ ਇੱਕ ਹੈਗਾ, ਉਹਦੇ 'ਤੇ ਸਟੇਟਸ ਨਹੀਂ ਕਰਦੀਆਂ ਉਸ ਨੂੰ। ਇਸੇ ਤਰ੍ਹਾਂ ਇਹ ਜਿਹੜਾ ਇੱਕ ਯੂਨੀਫਾਰਮ ਸਿਵਲ ਕੋਡ ਹੈ ਤਾਂ ਹੀ ਬਣੇਗਾ ਜਦੋਂ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋਵੇ। ਇਹ ਕਿਸੇ ਵੀ ਸਟੇਟ ਦੇ ਜਿਹੜਾ ਹੈਗਾ ਪ੍ਰੀਵਿਊ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਆਉਂਦਾ, ਨਾ ਹੀ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਔਰ ਇਹ ਹੋਵੇ ਇੱਕ ਹੈਲਦੀ ਡਿਬੇਟ ਕਰਾਈ ਜਾਵੇ, ਸਿਆਣੇ ਲੋਕ ਜਿਹੜੇ ਹੈ ਉਹਨਾਂ ਕਮਿਊਨਿਟੀਜ਼ ਦੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ, ਉਹ ਆਪਣੇ ਇੱਕ ਪਬਲਿਕ ਓਪੀਨੀਅਨ ਜਨਰੇਟ ਕਰਨ ਕਿ ਇਸ ਦਾ ਸਾਨੂੰ ਇਨ ਦਾ ਲੌਂਗ ਰਨ ਸੋਸਾਇਟੀ 'ਚ ਫਾਇਦਾ ਹੈ। ਇਸ 'ਤੇ ਖਾਸ ਤੌਰ ਦੇ ਉੱਤੇ ਜਿਹੜਾ ਹੈਗਾ ਇਹ, ਕਿਉਂਕਿ ਭਾਜਪਾ ਦੀ ਇੱਕ ਰਾਜਨੀਤੀ ਦਾ ਇੱਕ ਹੋਰ ਬੜਾ ਵੱਡਾ ਪਹਿਲੂ ਹੈ ਕਿ ਮੁਸਲਮਾਨ ਬਨਾਮ ਹਿੰਦੂ, ਅਤੇ ਮੁਸਲਮਾਨਾਂ ਨੂੰ ਓਫੈਂਡ ਕਰਕੇ ਹਿੰਦੂ ਪੋਲਰਾਈਜੇਸ਼ਨ ਕੀਤੀ ਜਾਂਦੀ ਹੈ। ਲੇਕਿਨ ਦੂਸਰੇ ਪਾਸੇ ਮੁਸਲਮਾਨਾਂ ਨੂੰ ਐਜੂਕੇਟ ਕਰਨ ਦਾ ਬਹੁਤ ਵਧੀਆ ਤਰੀਕਾ ਹੋ ਸਕਦਾ ਹੈ ਕਿ ਦੇਖੋ ਬਈ ਹੁਣ ਤਾਂ ਤੁਹਾਡੇ ਜਿਹੜੇ ਅਰਬ ਕੰਟਰੀਜ਼ ਹੈ ਉੱਥੇ ਵੀ ਚੇਂਜਸ ਆ ਰਹੀਆਂ। ਈਜਿਪਟ ਦੇ ਵਿੱਚ ਜਿਹੜਾ ਹੈਗਾ ਪਰਸਨਲ ਲਾਅ ਜਿਹੜਾ ਹੈਗਾ ਉਹਦੇ 'ਚ ਬਹੁਤ ਚੇਂਜਸ ਆਈਆਂ। ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਦੇ ਵਿੱਚ ਇਸਲਾਮਿਕ ਜਿਹੜਾ ਟ੍ਰੈਡੀਸ਼ਨਲ ਲਾਅ ਹੈ, ਖਾਸ ਤੌਰ 'ਤੇ ਪਰਸਨਲ ਲਾਅ ਹੈ, ਉਹਦੇ 'ਚ ਤਬਦੀਲੀ ਲਿਆਉਣ ਦੀ ਗੱਲ ਕਰ ਰਹੇ। ਆਲਰੇਡੀ ਵੂਮਨ ਰਾਈਟਸ ਉੱਥੇ ਦਿੱਤੇ ਜਾ ਰਹੇ, ਔਰਤਾਂ ਨੂੰ ਪਹਿਲਾਂ ਅਧਿਕਾਰ ਹੀ ਨਹੀਂ ਸੀ। ਸਾਰੀ ਦੁਨੀਆ ਬਦਲ ਰਹੀ ਹੈ, ਕੋਈ ਫਾਇਦਾ ਹੀ ਹੋਏਗਾ ਤਾਂ ਬਦਲ ਰਹੀ ਹੈ ਨਾ। ਜਿਨ੍ਹਾਂ ਵੱਲ ਤੁਸੀਂ ਦੇਖਦੇ ਹੋ ਸਾਊਦੀਜ਼ ਵੱਲ ਜਾਂ ਅਰਬ ਦੇਸ਼ਾਂ ਵੱਲ, ਜੇ ਉਹ ਬਦਲ ਰਹੇ ਆ ਤਾਂ ਸਾਨੂੰ ਕੀ ਪ੍ਰੋਬਲਮ ਹੈ? ਜੇ ਇਸ ਤਰ੍ਹਾਂ ਕੀਤਾ ਜਾਵੇ ਤਾਂ ਬਹੁਤ ਵਧੀਆ ਤਰੀਕਾ ਹੋਊਗਾ ਔਰ ਇਹ ਹੋ ਸਕਦਾ। ਮੁਸਲਮਾਨ ਜਿਹੜੀ ਮਿਡਲ ਕਲਾਸ ਹੈ, ਪੜ੍ਹੀ ਲਿਖੀ ਮਿਡਲ ਕਲਾਸ ਹੈ, ਯੂਨੀਵਰਸਿਟੀਆਂ 'ਚ ਉਹਨਾਂ ਦੇ ਪ੍ਰੋਫੈਸਰ ਬੈਠੇ ਨੇ, ਦੂਸਰੇ ਲੋਕ ਬੈਠੇ ਨੇ, ਹੋਰ ਪ੍ਰੋਫੈਸ਼ਨਲਜ਼ ਨੇ, ਉਹ ਬਿਲਕੁਲ ਇਸ ਚੀਜ਼ ਨੂੰ ਸਮਝਦੇ ਹੈ। ਮੇਰੇ ਬੜੇ ਦੋਸਤ ਨੇ ਮੁਸਲਿਮ ਜਿਹਨਾਂ ਨੂੰ ਮੈਂ ਜਾਣਦਾ, ਪੜ੍ਹੀ ਲਿਖੀ ਜਿਹੜੀ ਜਮਾਤ ਹੈਗੀ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਏਗੀ ਇਸ ਦੇ ਵਿੱਚ। ਸਿਰਫ ਇੱਕ ਚੰਗੀ ਤਰੀਕੇ ਨਾਲ ਹੌਲੀ ਜਿਹੀ ਇੱਕ ਪਬਲਿਕ ਜਿਹੜੀ ਓਪੀਨੀਅਨ ਹੈ ਡਿਵੈਲਪ ਕਰਕੇ ਇਸ ਤਰੀਕੇ ਨਾਲ। ਹਾਂ, ਜੇ ਤੁਸੀਂ ਉਹਨਾਂ ਦੀ ਉਹੀ ਜਿਹੜੇ ਹੈ ਉਸ ਤਰ੍ਹਾਂ ਦੇ ਲੋਕਾਂ ਕੋਲ ਜਾਓਗੇ, ਓਵੈਸੀ ਟਾਈਪ ਲੋਕਾਂ ਕੋਲ ਜਾਓਗੇ, ਜਾਂ ਉਹਨਾਂ ਦੇ ਜਿਹੜੇ ਮੁੱਲਾ ਲੋਕ ਨੇ ਮਸਜਿਦਾਂ 'ਤੇ ਬੈਠੇ ਨੇ, ਜਿਨ੍ਹਾਂ ਦਾ ਵੈਸਟਡ ਇੰਟਰਸਟ ਹੈ, ਜਿਨ੍ਹਾਂ ਦੀ ਦੁਕਾਨਦਾਰੀ ਜਿਹੜੀ ਹੈ ਉਹ ਚੱਲਦੀ ਹੈ ਇਸ ਚੀਜ਼ 'ਤੇ, ਉਹ ਤਾਂ ਉਹਦਾ ਵਿਰੋਧ ਕਰਨਗੇ। ਤੁਸੀਂ ਉਹਨਾਂ ਦੇ ਪੜ੍ਹੇ ਲਿਖੇ ਸੈਕਸ਼ਨ ਦੇ ਕੋਲ ਜਾਓ, ਉਹ ਜ਼ਰੂਰ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਸਪੋਰਟ ਕਰਨਗੇ। ਉਹਦੇ ਨਾਲ ਪਬਲਿਕ ਓਪੀਨੀਅਨ ਜਨਰੇਟ ਹੋਏਗੀ ਔਰ ਫਿਰ ਇਹ ਜਦੋਂ ਬਣੇਗਾ ਤਾਂ ਬਹੁਤ ਫਾਇਦੇਮੰਦ ਸਾਬਿਤ ਹੋਊਗਾ। ਪਰ ਫਿਰ ਇਹਦੇ 'ਤੇ ਕਿਸੇ ਦੀਆਂ ਰਾਜਨੀਤਿਕ ਰੋਟੀਆਂ ਨਹੀਂ ਸਿੱਕਣਗੀਆਂ। ਬੇਸਿਕ ਪ੍ਰੋਬਲਮ ਤਾਂ ਇਲੈਕਸ਼ਨ ਜਿੱਤਣ ਦੀ ਹੈ 2024 ਦਾ, ਉਹਦੇ ਲਈ ਇੱਕ ਮੁੱਦਾ ਉਹਨਾਂ ਕੋਲ ਹੈਗਾ, ਉਹਨੂੰ ਕੋਸ਼ਿਸ਼ ਕਰਨਗੇ ਕੈਸ਼ ਕਰਾਉਣ ਦੀ। ਲੋਕਾਂ ਦਾ ਕੀ ਰਿਐਕਸ਼ਨ ਰਹੇਗਾ ਜੀ ਜੇਕਰ ਜਿਸ ਤਰੀਕੇ ਨਾਲ ਹੁਣ ਭਾਜਪਾ ਦਾ, ਜਿਵੇਂ ਆਪਾਂ ਪਿਛਲਾ ਟਰੈਕ ਰਿਕਾਰਡ ਵੇਖਦੇ ਹਾਂ ਕਿ ਯਕਦਮ ਕੋਈ ਫੈਸਲਾ ਜਿਹੜਾ ਉਹ ਰਾਤੋਂ ਰਾਤ ਲਾਗੂ ਕਰ ਦਿਓ, ਜੇਕਰ ਰਾਤੋਂ ਰਾਤ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਂਦਾ, ਲੋਕਾਂ ਦਾ ਕੀ ਰਿਐਕਸ਼ਨ ਹੋਵੇਗਾ? ਦੇਖੋ, ਇਸ ਦੇ ਉੱਤੇ ਕੋਈ ਬਹੁਤ ਉਸ ਤਰ੍ਹਾਂ ਦਾ ਰਿਐਕਸ਼ਨ ਤਾਂ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਖੇਤੀਬਾੜੀ ਬਿੱਲਾਂ 'ਤੇ ਹੋਇਆ ਸੀ, ਕਿਉਂਕਿ ਉਹ ਤਾਂ ਲੋਕਾਂ ਦੀ ਜਿਹੜੀ ਇਕਨੋਮਿਕ ਐਗਜ਼ਿਸਟੈਂਸ ਹੈ ਉਸ ਦੇ ਉੱਤੇ ਹੀ ਵਾਰ ਹੋ ਗਿਆ ਸੀ। ਲੇਕਿਨ ਕੁਝ ਹਲਕਿਆਂ ਦੇ ਵਿੱਚ ਇਹਦੇ 'ਤੇ ਪ੍ਰਤੀਕਰਮ ਹੋਏਗਾ। ਬੇਸਿਕਲੀ ਉਹ ਇਹ ਚਾਹੁੰਦੇ ਆ ਕਿ ਪ੍ਰਤੀਕਰਮ ਹੋਏ, ਲੋਕ ਇਹਦੇ ਖਿਲਾਫ 'ਚ ਬੋਲਣ ਅਤੇ ਫਿਰ ਉਹ ਕਹਿਣ ਕਿ ਦੇਖੀਏ ਹਮਾਰੀ ਇਸਕਾ ਜੋ ਹੈ ਹਮਾਰੇ ਦੇਸ਼ ਕੇ ਖਿਲਾਫ ਹੈ ਜੀ, ਐਂਟੀ ਨੈਸ਼ਨਲ ਜੋ ਕੁਛ ਉਹ ਬੋਲਦੇ ਹੈ। ਆਪਾਂ ਸਾਰੇ ਹੁਣ ਤੱਕ ਤਾਂ ਦਰਸ਼ਕ ਹਰ ਚੀਜ਼ ਨੂੰ, ਹਰ ਲਫ਼ਜ਼ ਨੂੰ ਸਮਝਣ ਲੱਗ ਗਏ ਉਹਨਾਂ ਦੀ ਭਾਸ਼ਾ ਨੂੰ। ਸੋ ਲੋਕਾਂ ਵੱਲੋਂ ਕੋਈ ਉਸ ਤਰ੍ਹਾਂ ਦਾ ਬਹੁਤ ਲੰਬਾ ਚੌੜਾ ਰਿਐਕਸ਼ਨ ਕੋਈ ਨਹੀਂ ਹੋਏਗਾ। ਛੋਟੀਆਂ ਮੋਟੀਆਂ ਪ੍ਰੋਬਲਮਸ ਕਿਤੇ ਆ ਸਕਦੀਆਂ, ਕਿਉਂਕਿ ਜਿੱਥੇ ਕੋਈ ਉਹਨਾਂ ਕਮਿਊਨਿਟੀਜ਼ ਦੇ ਰਾਈਟ ਵਿੰਗ ਗਰੁੱਪ ਜਿੱਥੇ ਕਿਤੇ ਹਾਵੀ ਬੈਠੇ ਹੈ, ਉੱਥੇ ਕੋਈ ਜਲਸਾ ਜਲੂਸ ਹੋ ਸਕਦਾ, ਕੋਈ ਮੁਜ਼ਾਹਰਾ ਹੋ ਸਕਦਾ, ਕੋਈ ਪ੍ਰੋਟੈਸਟ ਹੋ ਸਕਦਾ, ਇਸ ਤਰ੍ਹਾਂ ਦੀ ਪ੍ਰੋਬਲਮ ਆਊਗੀ। ਇਸ ਤੋਂ ਜ਼ਿਆਦਾ ਮੈਂ ਨਹੀਂ ਸਮਝਦਾ ਕਿ ਕੋਈ ਬਹੁਤ ਵੱਡੀ ਪ੍ਰੋਬਲਮ ਆਏ, ਕੋਈ ਬਹੁਤ ਵੱਡੇ ਦੰਗੇ ਫਸਾਦ ਹੋ ਜਾਣਗੇ। ਮੈਨੂੰ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ, ਕਿਉਂਕਿ ਅਸੀਂ ਦੇਖਿਆ ਟ੍ਰਿਪਲ ਤਲਾਕ ਵਾਲਾ ਜਿਹੜਾ ਇਹਨਾਂ ਨੇ ਪਾਸ ਕੀਤਾ ਸੀਗਾ, ਉਦੋਂ ਲੋਕਾਂ ਨੇ ਪ੍ਰਤੀਕਰਮ ਕੀਤਾ, ਇਸ ਤਰ੍ਹਾਂ ਦਾ ਹੀ ਪ੍ਰਤੀਕਰਮ ਹੋਇਆ। ਕੋਈ ਬਹੁਤ ਲੰਬੀ ਚੌੜੀ ਜਿਹੜੀ ਹੈ ਉਸ 'ਤੇ ਬਹਿਸ ਮੁਬਾਹਿਸਾ ਨਹੀਂ ਹੋਇਆ ਜਾਂ ਕੋਈ ਬਦਮਗਜ਼ੀ ਪੈਦਾ ਨਹੀਂ ਹੋਈ। ਸੋ ਉਸ ਤਰ੍ਹਾਂ ਦਾ ਨਹੀਂ ਹੋਏਗਾ, ਇਹ ਉਹਨਾਂ ਨੂੰ ਵੀ ਪਤਾ ਹੈ। ਅਤੇ ਬਸ ਉਹ ਜਿਹੜੀ ਉਹ ਇੱਕ ਹਵਾ ਪੈਦਾ ਕਰਨੀ ਚਾਹੁੰਦੇ ਹੈ ਡਿਵਿਸਿਵ ਹਿੰਦੂ ਬਨਾਮ ਮੁਸਲਮਾਨ ਦੀ, ਉਹ ਸ਼ਾਇਦ ਥੋੜ੍ਹੀ ਜਿਹੀ ਪੈਦਾ ਹੋ ਜਾਵੇ ਔਰ ਉਹਦੇ ਨਾਲ ਅਗਲੇ ਇਲੈਕਸ਼ਨ 'ਚ ਉਹਨਾਂ ਨੂੰ ਫਾਇਦਾ ਹੋ ਸਕਦਾ। ਲਾਸਟ ਦੇ ਵਿੱਚ ਪ੍ਰੋਫੈਸਰ ਸਾਹਿਬ, ਜੇ ਤੁਹਾਨੂੰ ਲੱਗਦਾ ਵੀ ਸਿਵਲ ਸੁਸਾਇਟੀ ਆ ਜਾਂ ਜਿਹੜੇ ਸੰਗਠਨ ਕੁਝ ਕੰਮ ਕਰਦੇ ਨੇ, ਜਿਹੜੇ ਲੋਕਾਂ ਬਾਰੇ ਸੋਚਦੇ ਨੇ, ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਲੈਣਾ ਚਾਹੀਦਾ? ਉਹਨਾਂ ਨੂੰ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕਰਨਾ ਚਾਹੀਦਾ, ਇਹਦੇ ਹੱਕ ਵਿੱਚ ਖੜਨਾ ਚਾਹੀਦਾ? ਉਹਨਾਂ ਨੂੰ ਕੀ ਕਰਨਾ ਚਾਹੀਦਾ? ਮੇਰੀ ਰਾਏ ਦੇ ਵਿੱਚ ਸਿਵਲ ਸੁਸਾਇਟੀ ਨੂੰ ਤਾਂ ਯੂਨੀਫਾਰਮ ਸਿਵਲ ਕੋਡ ਦੇ ਹੱਕ 'ਚ ਖੜਨਾ ਚਾਹੀਦਾ। ਯੂਨੀਫਾਰਮ ਸਿਵਲ, ਜਿਸ ਤਰ੍ਹਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਯੂਨੀਫਾਰਮ ਸਿਵਲ ਕੋਡ ਦੇ ਨਾਲ ਕਿਸੇ ਵੀ ਸਿਆਣੇ ਬੰਦੇ ਨੂੰ, ਵਿਅਕਤੀ ਨੂੰ, ਕਿਸੇ ਵੀ ਮਹੱਜ਼ਬ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਹੈ। ਉਹ ਬਲਕਿ ਤੁਹਾਨੂੰ ਇੱਕ ਜਿਹੜਾ ਹੈ ਮਾਡਰਨ ਸੁਸਾਇਟੀ ਨੂੰ ਬਣਾਉਣ ਦੇ ਵਿੱਚ, ਸਮਾਜ ਦੇ ਵਿੱਚ ਜਿਹੜੀ ਇੱਕ ਹੈਲਥੀ ਜਿਹੜੀ ਕਾਨੂੰਨ ਬਣਾਉਣ ਦੇ ਵਿੱਚ ਬਹੁਤ ਸਹਾਈ ਸਾਬਤ ਹੋਏਗਾ ਔਰ ਉਸ ਪਾਸੇ ਇੱਕ ਚੰਗਾ ਕਦਮ ਹੋਏਗਾ।
ਸੋ ਸਿਵਲ ਸੁਸਾਇਟੀ ਨੂੰ ਕਾਨੂੰਨ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਜਾਂ ਕਾਨੂੰਨ ਬਣਾਉਣ ਦਾ ਕਾਨੂੰਨ ਬਣਨ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਲੇਕਿਨ ਹਾਂ ਜਿਸ ਤਰੀਕੇ ਨਾਲ ਜੋ ਉਹਨਾਂ ਦੀ ਪੋਲਿਟਿਕਸ ਹੈ ਇਹਦੇ ਪਿੱਛੇ, ਉਸ ਦਾ ਵਿਰੋਧ ਜ਼ਰੂਰ ਕਰਨਾ ਚਾਹੀਦਾ। ਜਿਸ ਤਰ੍ਹਾਂ ਮੈਂ ਕਿਹਾ ਕਿ ਸਿਵਲ ਸੁਸਾਇਟੀ ਇਹ ਕਵੇ ਕਿ ਇਸ ਤਰੀਕੇ ਨਾਲ ਬਿੱਲ ਪਾਸ ਨਾ ਹੋਵੇ, ਜਲਦਬਾਜ਼ੀ 'ਚ ਪਾਸ ਨਾ ਹੋਵੇ, ਇੱਕ ਸਾਰੇ ਦੇਸ਼ ਦੇ ਵਿੱਚ ਹੈਲਥੀ ਡਿਬੇਟ ਕਰਵਾਈ ਜਾਵੇ। ਹੁਣ ਵੀ ਹੁੰਦਾ, ਜਿਸ ਤਰ੍ਹਾਂ ਹੁਣ ਇਹਨਾਂ ਦਾ ਆਪਣਾ ਜਦੋਂ ਕਦੇ ਕੋਈ ਗੱਲ ਇਹਨਾਂ ਨੇ ਕਰਨੀ ਹੁੰਦੀ, ਏਜੰਡਾ ਕਰਨਾ ਹੁੰਦਾ, ਚਾਹੇ ਉਹ ਸਵੱਛ ਭਾਰਤ ਦਾ ਅਭਿਆਨ ਕੁਛ ਵੀ ਹੈ, ਚਿੱਠੀਆਂ ਆ ਜਾਂਦੀਆਂ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ 'ਚ UGC ਤੋਂ ਚਿੱਠੀਆਂ ਆ ਜਾਂਦੀਆਂ ਕਿ ਇਸ ਪਰ ਆਪ ਸੈਮੀਨਾਰ ਕਰਵਾਓ, ਇਸ 'ਤੇ ਇੱਕ ਟਾਕ ਕਰਵਾਓ, ਫਲਾਂ ਕਰਵਾਓ। ਗੌਰਮੈਂਟ ਦੇ ਡਿਪਾਰਟਮੈਂਟਸ ਨੂੰ ਚਲੇ ਜਾਂਦੇ, ਬਲਕਿ ਜ਼ਬਰਦਸਤੀ ਲੋਕਾਂ ਨੂੰ ਬਿਠਾ ਕੇ ਉਹ ਦਿਖਾਇਆ ਜਾਂਦਾ, ਮਨ ਕੀ ਬਾਤ ਦਿਖਾਈ ਜਾਂਦੀ ਹੈ। ਤਾਂ ਭਾਈ ਜੇ ਉਹ ਕੀਤਾ ਜਾ ਸਕਦਾ ਹੈ ਤਾਂ ਫਿਰ ਵਾਈ ਨਾਟ ਏ ਗੁੱਡ ਡਿਬੇਟ, ਸੋਸ਼ਲ ਡਿਬੇਟ, ਪ੍ਰੋਲੋਂਗਡ ਸੋਸ਼ਲ ਡਿਬੇਟ ਔਨ ਦਿਸ ਇਸ਼ੂ, ਉਹ ਵੀ ਤੁਸੀਂ ਕਰਵਾ ਦਿਓ। ਔਰ ਉਹਨਾਂ ਲੋਕਾਂ ਨੂੰ ਲਿਆਓ ਜਿਹੜੇ ਬੰਦੇ ਉਸ ਤਰ੍ਹਾਂ ਦੀ ਓਪੀਨੀਅਨ ਜਨਰੇਟ ਕਰ ਸਕਦੇ, ਸਮਾਜ 'ਚ ਹੈਗੇ ਨੇ। ਮੁਸਲਮਾਨਾਂ 'ਚ ਇਹੋ ਜਿਹੇ ਲੋਕ ਮਿਲ ਜਾਣਗੇ, ਸਿਆਣੇ ਸਿੱਖ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਹੜੇ ਅਗਾਂਹ ਵਧੂ ਸੋਚ ਰੱਖਦੇ ਆ, ਉਹਨਾਂ ਨੂੰ ਲਿਆਓ, ਉਸ ਤਰ੍ਹਾਂ ਦੀ ਪਬਲਿਕ ਜਨਰੇਟ ਕਰ ਦੇਣਗੇ। ਕਿਉਂਕਿ ਜਿਹੜਾ ਆਮ ਵਿਅਕਤੀ ਹੁੰਦਾ, ਜਿਹੜਾ ਇਸ ਤਰ੍ਹਾਂ ਦੀ ਮਸਲਿਆਂ 'ਤੇ ਡੂੰਘਾਈ 'ਚ ਨਹੀਂ ਜਾਂਦਾ, ਉਸ ਨੂੰ ਜਦੋਂ ਤੁਸੀਂ ਦਲੀਲ ਦੇ ਕੇ ਕੁਝ ਚੰਗੀਆਂ ਗੱਲਾਂ ਦੱਸੋਗੇ ਤਾਂ ਲੋਕ ਜਿਹੜੇ ਹੈ ਉਸ ਪਾਸੇ ਆ ਜਾਂਦੇ ਹੈ। ਫਿਰ ਇਹ ਕਾਨੂੰਨ ਬਣੇਗਾ ਤਾਂ ਇਹਦਾ ਜ਼ਿਆਦਾ ਫਾਇਦਾ ਹੋਏਗਾ। ਸੋ ਨਾਗਰਿਕ ਜਿਹੜੀ ਸੁਸਾਇਟੀ ਹੈ, ਸਿਵਲ ਸੁਸਾਇਟੀ, ਉਹਦਾ ਰੋਲ ਇਹ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਸੋ ਆਪਾਂ ਗੱਲਬਾਤ ਕੀਤੀ ਆ ਯੂਨੀਫਾਰਮ ਸਿਵਲ ਕੋਡ ਬਾਰੇ, ਇਹਦੇ ਵੱਖ-ਵੱਖ ਪਹਿਲੂਆਂ ਬਾਰੇ, BJP ਇਹਨੂੰ ਕਿਸ ਤਰੀਕੇ ਨਾਲ ਲਿਆਉਣਾ ਚਾਹੁੰਦੀ ਆ, ਇਹ ਕੋਡ ਹੈ ਕੀ, ਤਾਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਆਪਣੀ ਰਾਏ, ਸੁਝਾਅ, ਕੋਈ ਸਵਾਲ, ਉਹ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ। ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੇ। ਦੇਖਦੇ ਰਹੋ ਦੁਨੀਆ।